ਹੈਲੋ ਗਾਈਜ਼, ਵੈਲਕਮ ਬੈਕ। ਅੱਜ ਦੀ ਕਲਾਸ ਲਈ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਗਾਈਜ਼ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਅੱਜ ਦੀ ਕਲਾਸ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਟੌਪਿਕ। ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਐਟਮੋਸਫੀਅਰ, ਜਿਹਨੂੰ ਅਸੀਂ ਬੋਲਦੇ ਹਾਂ ਵਾਯੂਮੰਡਲ। ਤਾਂ ਵਾਯੂਮੰਡਲ ਬਾਰੇ ਆਪਾਂ ਅੱਜ ਗੱਲ ਕਰਦੇ ਹਾਂ। ਵਾਯੂਮੰਡਲ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਵਾਯੂਮੰਡਲ ਕੀ ਹੈ। ਤਾਂ ਜੇ ਅਸੀਂ ਵਾਯੂਮੰਡਲ ਨੂੰ ਕਹਿੰਦੇ ਹਾਂ ਵੀ ਵਾਯੂਮੰਡਲ ਕੀ ਹੈ, ਤਾਂ ਵਾਯੂਮੰਡਲ ਸਾਡੇ ਆਲੇ ਦੁਆਲੇ ਫੈਲਿਆ ਹੋਇਆ ਹਵਾ ਦਾ ਇੱਕ ਗਲਾਫ। ਸਾਡੇ ਆਲੇ ਦੁਆਲੇ ਫੈਲਿਆ ਹੋਇਆ ਹਵਾ ਦਾ ਗਲਾਫ, ਜਿਹਨੂੰ ਅਸੀਂ ਵਾਯੂਮੰਡਲ ਦਾ ਨਾਮ ਦੇ ਦਿੰਦੇ ਹਾਂ, ਜਿਹੜਾ ਕਿ ਸਾਡੇ ਧਰਾਤਲ ਤੋਂ ਲੈ ਕੇ 10,000 ਕਿਲੋਮੀਟਰ ਦੇ ਕਰੀਬ ਸਾਨੂੰ ਇਹ ਮਿਲਦਾ ਹੈਗਾ। ਠੀਕ ਹੈ। ਇੱਕ ਹੁੰਦਾ ਹੈ ਜੈਵ ਮੰਡਲ, ਬਾਇਓਸਫੀਅਰ। ਜੈਵ ਮੰਡਲ ਕੀ ਹੁੰਦਾ ਹੈ? ਤਾਂ ਧਰਤੀ ਦੇ ਉੱਪਰ ਦੇਖੋ ਤਿੰਨ ਮੇਨ ਮੰਡਲ ਨੇ, ਜਲ ਮੰਡਲ, ਥਲ ਮੰਡਲ ਤੇ ਇੱਕ ਸਾਡਾ ਵਾਯੂਮੰਡਲ ਹੈ। ਠੀਕ ਹੈ। ਜਿੱਥੇ ਇਹ ਤਿੰਨੇ ਆ ਕੇ ਮਿਲਦੇ ਨੇ, ਮਤਲਬ ਜਿੱਥੇ ਇਹ ਤਿੰਨੇ ਆ ਕੇ ਮਿਲਦੇ ਨੇ, ਇਸ ਜਗ੍ਹਾ ਦੇ ਉੱਪਰ ਆ ਕੇ ਤਿੰਨੇ ਮਿਲਦੇ ਨੇਗੇ ਇਹ, ਤੇ ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ? ਉਹਨੂੰ ਅਸੀਂ ਬੋਲ ਦਿੰਦੇ ਹਾਂ ਜੈਵ ਮੰਡਲ। ਤਾਂ ਜਿੱਥੇ ਤਿੰਨੇ ਆ ਕੇ ਮਿਲ ਜਾਂਦੇ ਨੇ, ਇਹਨੂੰ ਅਸੀਂ ਬੋਲਦੇ ਹਾਂ ਜੈਵ ਮੰਡਲ। ਅਸੀਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਵਾਯੂਮੰਡਲ ਬਾਰੇ। ਤਾਂ ਅਸੀਂ ਗੱਲ ਕਰ ਚੁੱਕੇ ਹਾਂ ਵੀ ਵਾਯੂਮੰਡਲ ਕੀ ਹੁੰਦਾ ਹੈ। ਤਾਂ ਵਾਯੂਮੰਡਲ ਸਾਡੇ ਆਲੇ ਦੁਆਲੇ ਫੈਲਿਆ ਹੋਇਆ ਹਵਾ ਦਾ ਇੱਕ ਗਲਾਫ ਹੈ, ਜਿਹੜਾ ਸਾਡੀ ਧਰਤੀ ਦੇ ਉੱਪਰ ਟਿਕਿਆ ਹੋਇਆ ਹੈ। ਧਰਤੀ ਦੇ ਉੱਪਰ ਕਿਉਂ ਟਿਕਿਆ ਹੋਇਆ ਹੈ? ਧਰਤੀ ਦੀ ਗੁਰੂਤਾਕਰਸ਼ਣ ਪਾਵਰ ਦੇ ਕਰਕੇ ਜਾਂ ਗ੍ਰੈਵਿਟੀ ਕਰਕੇ ਸਾਡੀ ਧਰਤੀ ਦੇ ਉੱਪਰ ਟਿਕਿਆ ਹੋਇਆ। ਧਰਤੀ ਨੇ ਇਹਨੂੰ ਆਪਣੇ ਵੱਲ ਖਿੱਚ ਕੇ ਰੱਖਿਆ ਹੋਇਆ ਹੈ। ਜੇ ਕਿਤੇ ਧਰਤੀ ਦੇ ਵਿੱਚ ਗ੍ਰੈਵਿਟੇਸ਼ਨ ਨਾ ਹੁੰਦੀ ਜਾਂ ਗ੍ਰੈਵਿਟੀ ਨਾ ਹੁੰਦੀ, ਗੁਰੂਤਾਕਰਸ਼ਣ ਨਾ ਹੁੰਦੀ, ਤਾਂ ਸਾਡਾ ਵਾਯੂਮੰਡਲ ਵੀ ਚੰਦਰਮਾ ਦੇ ਵਾਯੂਮੰਡਲ ਦੀ ਤਰ੍ਹਾਂ ਉੱਪਰ ਉੱਡ ਜਾਣਾ ਸੀਗਾ। ਹੁਣ ਚੰਦਰਮਾ ਦੇ ਉੱਪਰ ਗ੍ਰੈਵਿਟੀ ਬਹੁਤ ਮਾਈਨਰ ਗ੍ਰੈਵਿਟੀ ਪਾਈ ਜਾਂਦੀ ਹੈ, ਉੱਥੇ ਮਤਲਬ ਨਾ ਦੇ ਬਰਾਬਰ ਗ੍ਰੈਵਿਟੀ ਪਾਈ ਜਾਂਦੀ ਹੈ। ਇਸ ਕਰਕੇ ਚੰਦਰਮਾ ਦੇ ਉੱਪਰ ਸਾਨੂੰ ਐਟਮੋਸਫੀਅਰ ਜਿਹੜਾ ਦੇਖਣ ਨੂੰ ਉਹ ਨਹੀਂ ਮਿਲਦਾ ਹੈਗਾ। ਠੀਕ ਹੈ। ਤਾਂ ਆਪਾਂ ਅੱਜ ਗੱਲ ਕਰਦੇ ਹਾਂ ਸਾਡੇ ਵਾਯੂਮੰਡਲ ਦੀ। ਸਭ ਤੋਂ ਪਹਿਲਾਂ ਆਪਾਂ ਸਾਡੇ ਵਾਯੂਮੰਡਲ ਦੀ ਬਣਤਰ ਦੇਖ ਲਈਏ ਵੀ ਇਹਦਾ ਸਟਰਕਚਰ ਕੀ ਹੈ। ਸਾਡੇ ਵਾਯੂਮੰਡਲ ਦੇ ਵਿੱਚ ਮੇਨ ਤਿੰਨ ਕੰਪੋਨੈਂਟ ਪਾਏ ਜਾਂਦੇ ਨੇਗੇ। ਤਿੰਨ ਕੰਪੋਨੈਂਟ ਕਿਹੜੇ ਕਿਹੜੇ ਆ ਉਹ? ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਗੈਸਿਸ ਦੀ। ਗੈਸਾਂ ਪਾਈਆਂ ਜਾਂਦੀਆਂ ਨੇ, ਵਿਭਿੰਨ ਪ੍ਰਕਾਰ ਦੀਆਂ ਗੈਸਾਂ। ਨੰਬਰ 2 ਤੇ ਸਾਡੇ ਇੱਥੇ ਪਾਏ ਜਾਂਦੇ ਨੇਗੇ ਜਲ ਕਣ, ਡਸਟ ਪਾਰਟੀਕਲ, ਜਿਹਨੂੰ ਅਸੀਂ ਆਖ ਦਿੰਦੇ ਹਾਂ। ਤੇ ਤੀਸਰੇ ਨੰਬਰ ਤੇ ਸਾਡੇ ਧੂਲ ਕਣ, ਜਿਹਨੂੰ ਅਸੀਂ ਜਲ ਕਣ ਵਾਟਰ ਵੇਪਰ, ਤੇ ਧੂਲ ਕਣ ਜਿਹਨੂੰ ਅਸੀਂ ਆਖ ਦਿੰਦੇ ਹੈਗੇ ਡਸਟ ਪਾਰਟੀਕਲ। ਠੀਕ ਹੈ। ਤੇ ਇਹ ਤਿੰਨ ਮੇਨ ਕੰਪੋਨੈਂਟ ਤੋਂ ਮਿਲ ਕੇ ਸਾਡਾ ਜਿਹੜਾ ਵਾਯੂਮੰਡਲ ਹੈ ਉਹਦਾ ਨਿਰਮਾਣ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੱਜ ਗੈਸਿਸ ਬਾਰੇ। ਤਾਂ ਮੇਜਰ ਗੈਸਿਸ ਕਿਹੜੀਆਂ ਕਿਹੜੀਆਂ ਨੇਗੀਆਂ ਇਹਦੇ ਵਿੱਚ ਆਪਾਂ ਦੇਖਦੇ ਹਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਨਾਈਟ੍ਰੋਜਨ ਦੀ। ਨਾਈਟ੍ਰੋਜਨ ਦੀ ਗੱਲ ਕਰਾਂਗੇ। ਨਾਈਟ੍ਰੋਜਨ ਕੀ ਕਿਰਿਆ ਕਰਦੀ ਹੈ, ਕੀ ਕੰਮ ਆਉਂਦੀ ਹੈ ਸਾਡੇ? ਤਾਂ ਵਾਯੂਮੰਡਲ ਦੇ ਵਿੱਚ ਜਿਹੜੀ ਇਹਦੀ ਮੌਜੂਦਗੀ ਪਾਈ ਜਾਂਦੀ ਹੈ ਉਹ 78.1% ਤੱਕ ਪਾਈ ਜਾਂਦੀ ਹੈ। ਤੇ 128 ਕਿਲੋਮੀਟਰ ਤੱਕ ਸਾਨੂੰ ਇਹ ਗੈਸ ਜਿਹੜੀ ਉਹ ਸਾਡੇ ਵਾਯੂਮੰਡਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਸਾਹ ਕਿਰਿਆ ਦੇ ਵਿੱਚ ਇਹ ਵੀ ਗੈਸ ਸਾਡੇ ਅੰਦਰ ਚਲੀ ਜਾਂਦੀ ਹੈ। 78.1% ਤਾਂ ਅਸੀਂ ਨਾਈਟ੍ਰੋਜਨ ਲੈਂਦੇ ਹਾਂ, ਤੇ 20.9% ਮਤਲਬ ਪੂਰੀ 20% 21% ਵਾਂਗੂ ਲਾ ਲਓ ਤੁਸੀਂ, ਤਾਂ ਅਸੀਂ ਇਹਨੂੰ ਆਕਸੀਜਨ ਲੈਂਦੇ ਆਪਣੀ। ਠੀਕ ਹੈ। ਤੇ ਇਸੇ ਤਰ੍ਹਾਂ ਅਸੀਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੀ 0.3% ਜਿਹੜੀ ਉਹ ਅੰਦਰ ਆਪਣੇ ਲੈ ਕੇ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਅਸੀਂ 0.94% ਆਰਗਨ ਵੀ ਅੰਦਰ ਆਪਣੇ ਲੈ ਕੇ ਚਲੇ ਜਾਂਦੇ ਹਾਂ। ਪਰ ਜਦੋਂ ਅਸੀਂ ਸਾਹ ਕਿਰਿਆ ਦੌਰਾਨ ਸਾਹ ਨੂੰ ਅੰਦਰ ਲੈਂਦੇ ਤਾਂ ਉਸ ਟਾਈਮ ਇਹ ਸਾਡੇ ਅੰਦਰ ਜਾਂਦੀਆਂ ਨੇ। ਜਦੋਂ ਅਸੀਂ ਬਾਹਰ ਕੱਢਦੇ ਹਾਂ ਤਾਂ 78.1% ਜਿਹੜੀ ਨਾਈਟ੍ਰੋਜਨ ਅਸੀਂ ਅੰਦਰ ਲੈਂਦੇ ਹਾਂ, ਉਹ ਸਾਡੀ ਨਾਈਟ੍ਰੋਜਨ ਸਾਰੀ ਬਾਹਰ ਆ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ 16.1% ਆਕਸੀਜਨ ਹੈ, ਮਤਲਬ ਅਸੀਂ 20.9% ਮਤਲਬ 21% ਦੇ ਕਰੀਬ ਅਸੀਂ ਜਿਹੜੀ ਹੈ ਆਕਸੀਜਨ ਅਸੀਂ ਲਈ ਸੀਗੀ, ਤੇ ਅਸੀਂ 16.1% ਅਸੀਂ ਆਕਸੀਜਨ ਨੂੰ ਕੀ ਕਰ ਦਿੰਦੇ ਹਾਂ, ਬਾਹਰ ਕੱਢ ਦਿੰਦੇ ਹਾਂ। ਤੇ 3 ਤੋਂ ਲੈ ਕੇ 4% ਜਿਹੜੀ ਸਾਡੇ ਅੰਦਰ ਕਾਰਬਨ ਡਾਈਆਕਸਾਈਡ ਹੁੰਦੀ ਹੈ ਉਹ ਕੀ ਹੁੰਦੀ ਹੈ, ਬਾਹਰ ਆ ਜਾਂਦੀ ਹੈ। ਠੀਕ ਹੈ। ਤੇ ਇਸੇ ਤਰ੍ਹਾਂ ਜਿਹੜੀ ਸਾਡੀ ਨਾਈਟ੍ਰੋਜਨ ਗੈਸ ਹੈਗੀ, ਤਾਂ ਨਾਈਟ੍ਰੋਜਨ ਗੈਸ ਜਿਹੜੀ ਹੈ ਸਾਡੀ, ਇਹ ਸਾਡੀ ਸਾਹ ਕਿਰਿਆ ਦੇ ਵਿੱਚ ਭਾਗ ਨਹੀਂ ਲੈਂਦੀ ਹੈਗੀ। ਠੀਕ ਹੈ। ਤਾਂ ਅਸੀਂ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਵੀ ਕਿਹੜੀ ਗੈਸ ਹੈ ਜਿਹੜੀ ਸਾਹ ਕਿਰਿਆ ਦੇ ਵਿੱਚ ਭਾਗ ਨਹੀਂ ਲੈਂਦੀ ਹੈਗੀ, ਤਾਂ ਉਹ ਸਾਡੀ ਨਾਈਟ੍ਰੋਜਨ ਗੈਸ ਹੈ। ਠੀਕ ਹੈ। ਤੇ ਇਹਦਾ ਪ੍ਰਭਾਵ ਕੀ ਪੈਂਦਾ ਹੈਗਾ? ਇਹਦਾ ਪ੍ਰਭਾਵ ਇਹ ਪੈਂਦਾ ਹੈ, ਇੱਕ ਤਾਂ ਸਾਨੂੰ ਇਹ 에ਅਰ ਪ੍ਰੈਸ਼ਰ, ਮਤਲਬ ਸਾਨੂੰ ਵਾਯੂ ਦਾਬ ਦਾ ਫੀਲ ਕਰਾਉਂਦੀ ਹੈ। ਇਹ ਸਾਨੂੰ ਇਹਦੇ ਕਰਕੇ ਜਿਹੜਾ ਵਾਯੂ ਦਾਬ ਆ ਉਹ ਫੀਲ ਹੁੰਦਾ ਹੈਗਾ। ਠੀਕ ਹੈ। ਤੇ ਅੱਗ ਨੂੰ ਫੈਲਣ ਤੋਂ ਰੋਕਦੀ ਹੈ, ਅੱਗ ਨੂੰ ਫੈਲਣ ਤੋਂ ਰੋਕਦੀ ਹੈ, ਅੱਗ ਨੂੰ ਕੰਟਰੋਲ ਕਰਦੀ ਹੈ, ਅੱਗ ਨੂੰ ਫੈਲਣ ਤੋਂ ਰੋਕਦੀ ਹੈ। ਜੇ ਤੁਸੀਂ ਕਿਸੇ ਜਗ੍ਹਾ ਦੇ ਉੱਪਰ ਨਾਈਟ੍ਰੋਜਨ ਨੂੰ ਛਿੜਕ ਦਿੰਦੇ ਹੋ, ਠੀਕ ਹੈ, ਤੇ ਇਹ ਫੈਲਣ ਨੂੰ ਰੋਕ ਦਿੰਦੀ ਹੈ। ਬੁਝਾਉਂਦੀ ਨਹੀਂ ਹੈਗੀ, ਫੈਲਣ ਤੋਂ ਰੋਕਦੀ ਹੈ। ਬੁਝਾਉਣ ਦੀ ਗੱਲ ਆਪਾਂ ਕਰਾਂਗੇ, ਉਹ ਕਿਹੜੀ ਗੈਸ ਕਰਦੀ ਹੈ, ਤਾਂ ਉਹ ਕਰਦੀ ਹੈ ਕਾਰਬਨ ਡਾਈਆਕਸਾਈਡ। ਨੈਕਸਟ ਆਪਾਂ ਗੈਸਿਸ ਦੀ ਗੱਲ ਕਰਦੇ ਹਾਂਗੇ, ਉਹ ਹੈਗੀ ਹੈ ਆਕਸੀਜਨ।
ਆਕਸੀਜਨ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੈਸ ਹੈ ਤੇ ਇਹਨੂੰ ਗੈਸ ਆਫ ਲਾਈਫ ਵੀ ਕਿਹਾ ਜਾਂਦਾ ਹੈ। 20.9% ਜਿਹੜੀ ਗੈਸ ਹੈ ਸਾਨੂੰ ਐਟਮੋਸਫੀਅਰ ਦੇ ਵਿੱਚ ਮਿਲਦੀ ਹੈ ਤੇ 64 ਕਿਲੋਮੀਟਰ ਤੱਕ ਜਿਹੜੀ ਇਹਦੀ ਮੌਜੂਦਗੀ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ ਵਾਯੂਮੰਡਲ ਦੇ ਵਿੱਚ। 64 ਕਿਲੋਮੀਟਰ ਤੱਕ ਦੀ ਸਾਹ ਕਿਰਿਆ ਦੇ ਵਿੱਚ ਦੇਖੋ ਤੁਹਾਨੂੰ ਪਤਾ ਵੀ ਭਾਗ ਲੈਂਦੀ ਹੈ। ਤੇ ਦੂਸਰਾ ਮੇਨ ਕੰਮ ਕੀ ਕਰਦੀ ਹੈ, ਕਈ ਵਾਰ ਨਾ ਅਸੀਂ ਵਰਤ ਵਗੈਰਾ ਰੱਖਦੇ ਹੁੰਦੇ ਹਾਂ, ਤਾਂ ਜਦੋਂ ਅਸੀਂ ਵਰਤ ਰੱਖਦੇ ਹਾਂ, ਮੰਨ ਲਓ ਅਸੀਂ ਨਾ ਵੀ ਖਾਈਏ, ਠੀਕ ਹੈ, ਤਾਂ ਫਿਰ ਉਹ ਇਨਸਾਨ ਜਿੰਦਾ ਕਿਵੇਂ ਰਹਿੰਦਾ ਹੈ। ਤਾਂ ਇਹ ਕੀ ਕਰਦੀ ਹੈ ਜੀ, ਤਾਂ ਇਹ ਜਿਹੜੀ ਅਸੀਂ ਫੂਡ ਦੁਆਰਾ ਊਰਜਾ ਲਈ ਹੁੰਦੀ ਹੈ, ਤਾਂ ਇਹ ਜਿਹੜੀ ਮਤਲਬ ਭੋਜਨ ਅਸੀਂ ਲੈਂਦੇ ਹਾਂ, ਤਾਂ ਭੋਜਨ ਨੂੰ ਇਹ ਕਨਵਰਟ ਕਰ ਦਿੰਦੀ ਹੈ ਊਰਜਾ ਦੇ ਵਿੱਚ। ਭੋਜਨ ਨੂੰ ਇਹ ਊਰਜਾ ਦੇ ਵਿੱਚ ਕਨਵਰਟ ਕਰ ਦਿੰਦੀ ਹੈ ਤੇ ਕੁਝ ਸਮੇਂ ਤੱਕ ਜੇ ਅਸੀਂ ਭੋਜਨ ਨਾ ਵੀ ਖਾਈਏ ਤਾਂ ਜਿਹੜੀ ਸਟੋਰ ਕੀਤੀ ਊਰਜਾ ਹੁੰਦੀ ਹੈ ਉਹਦੇ ਨਾਲ ਅਸੀਂ ਜਿਉਂਦੇ ਰਹਿ ਸਕਦੇ ਹਾਂ, ਠੀਕ ਹੈ। ਤੇ ਅੱਗ ਜਲਾਉਣ ਦੇ ਲਈ ਜੇ ਕਿਤੇ ਕਿਸੇ ਜਗ੍ਹਾ ਦੇ ਉੱਪਰ ਆਕਸੀਜਨ ਨਹੀਂ ਪਾਈ ਜਾਂਦੀ ਤਾਂ ਉੱਥੇ ਤੁਹਾਨੂੰ ਅੱਗ ਜਲਾਉਣ ਦੇ ਵਿੱਚ ਕਾਫੀ ਸਮੱਸਿਆ ਆਊਗੀ। ਤਾਂ ਅੱਗ ਜਲਾਉਣ ਦੇ ਲਈ ਇਹ ਕੰਮ ਆਉਂਦੀ ਹੈ। ਅੱਗ ਜਲਾਉਣ ਦੇ ਲਈ ਕਿਹੜੀ ਕੰਮ ਆਉਂਦੀ ਹੈ, ਆਕਸੀਜਨ ਕੰਮ ਆਉਂਦੀ ਹੈ। ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਕਿਹੜੀ ਕੰਮ ਆਉਂਦੀ ਹੈ, ਤਾਂ ਉਹ ਸਾਨੂੰ ਕਿਹੜੀ ਕੰਮ ਆਉਂਦੀ ਹੈ, ਨਾਈਟ੍ਰੋਜਨ। ਤੇ ਅੱਗ ਨੂੰ ਬੁਝਾਉਣ ਦੇ ਵਿੱਚ ਕਿਹੜੀ ਕੰਮ ਆਉਂਦੀ ਹੈ, ਉਹ ਕਾਰਬਨ ਡਾਈਆਕਸਾਈਡ ਦੀ। ਚਲੋ ਆਪਾਂ ਕਾਰਬਨ ਡਾਈਆਕਸਾਈਡ ਦੀ ਗੱਲ ਕਰ ਲੈਂਦੇ ਹਾਂ, CO2 ਦੀ ਗੱਲ ਕਰ ਲੈਂਦੇ ਹਾਂ। ਜਿਹੜੀ CO2 ਗੈਸ ਹੈ ਇਹ ਸਾਡੇ ਵਾਯੂਮੰਡਲ ਦੇ ਵਿੱਚ ਬਹੁਤ ਹੀ ਮਾਈਨਰ ਪਾਈ ਜਾਂਦੀ ਹੈ, 0.003% ਪਾਈ ਜਾਂਦੀ ਹੈ, ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ 0.03% ਪਾਈ ਜਾਂਦੀ ਹੈ। ਮਤਲਬ ਇਹਦੀ ਮੌਜੂਦਗੀ ਬਹੁਤ ਘੱਟ ਹੈਗੀ। ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ? ਇੱਕ ਤਾਂ ਦੇਖੋ ਇਹ ਭਾਰੀ ਗੈਸ ਹੈ, ਸਭ ਤੋਂ ਭਾਰੀ ਗੈਸਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ। ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਰਦੀ ਹੈ, ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਰਦੀ ਹੈ। ਤੇ ਇੱਕ ਕਨਸੈਪਟ ਆਉਂਦਾ ਹੈਗਾ ਗ੍ਰੀਨ ਹਾਊਸ ਪ੍ਰਭਾਵ, ਗ੍ਰੀਨ ਹਾਊਸ ਪ੍ਰਭਾਵ, ਗ੍ਰੀਨ ਹਾਊਸ ਇਫੈਕਟ। ਤਾਂ ਗ੍ਰੀਨ ਹਾਊਸ ਇਫੈਕਟ ਦੇ ਲਈ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਗ੍ਰੀਨ ਹਾਊਸ ਇਫੈਕਟ ਕੀ ਹੁੰਦਾ, ਇਹਦੇ ਬਾਰੇ ਆਪਾਂ ਡਿਸਕਸ ਕਰ ਲੈਂਦੇ ਹਾਂ ਥੋੜਾ ਜਿਹਾ। ਗ੍ਰੀਨ ਹਾਊਸ ਇਫੈਕਟ ਕੀ ਹੁੰਦਾ ਹੈ? ਗ੍ਰੀਨ ਹਾਊਸ ਇਫੈਕਟ ਦਾ ਮਤਲਬ ਹੁੰਦਾ ਹੈ ਵੀ ਸਾਡੇ ਇਰਦ ਗਿਰਦ ਉਸ ਪਰਟੀਕੂਲਰ ਇਲਾਕੇ ਦਾ ਗਰਮ ਹੋਣਾ ਜਾਂ ਗਰਮ ਹੋਣਾ, ਕਿਸੇ ਚੀਜ਼ ਦਾ ਗਰਮ ਹੋ ਜਾਣਾ। ਗ੍ਰੀਨ ਹਾਊਸ ਗੈਸ ਹੈ ਇਹ ਕਾਰਬਨ ਡਾਈਆਕਸਾਈਡ। ਧਰਤੀ ਦੇਖੋ ਗਰਮ ਕਿਵੇਂ ਹੁੰਦੀ ਹੈ, ਤਾਂ ਧਰਤੀ ਗਰਮ ਹੁੰਦੀ ਹੈ ਸੂਰਜੀ ਤਪਸ਼ ਕਰਕੇ ਜਾਂ ਸੋਲਰ ਰੇਡੀਏਸ਼ਨ ਕਰਕੇ, ਠੀਕ ਹੈ। ਤੇ ਧਰਤੀ ਠੰਡੀ ਕਿਵੇਂ ਹੁੰਦੀ ਹੈ, ਤਾਂ ਧਰਤੀ ਠੰਡੀ ਹੁੰਦੀ ਹੈ ਟੈਰੇਸਟਰੀਅਲ ਰੇਡੀਏਸ਼ਨ ਕਰਕੇ। ਮਤਲਬ ਜਿਵੇਂ ਸੂਰਜ ਹੈ, ਤਾਂ ਸੂਰਜ ਸਾਡੀ ਧਰਤੀ ਨੂੰ ਊਸ਼ਮਾ ਪ੍ਰਦਾਨ ਕਰਦਾ ਹੈ, ਸਾਡੀ ਧਰਤੀ ਨੂੰ ਤਪਸ਼ ਪ੍ਰਦਾਨ ਕਰਦਾ ਹੈ, ਠੀਕ ਹੈ। ਦਿਨ ਦੇ ਸਮੇਂ ਦੇ ਵਿੱਚ ਸੂਰਜ ਦੀ ਰੋਸ਼ਨੀ ਜਿਹੜੀ ਹੈ ਸਾਡੀ ਧਰਤੀ ਦੇ ਉੱਪਰ ਪੈਂਦੀ ਹੈ ਤੇ ਸਾਡੀ ਧਰਤੀ ਜਿਹੜੀ ਹੈ ਇਹ ਗਰਮ ਹੋ ਜਾਂਦੀ ਹੈ, ਇਹ ਗਰਮ ਹੋ ਜਾਂਦੀ ਹੈ, ਠੀਕ ਹੈ। ਹੁਣ ਇਹ ਗਰਮ ਹੋ ਗਈ, ਸੂਰਜ ਦੇ ਜਾਣ ਤੋਂ ਬਾਅਦ ਕੀ ਸਾਡੀ ਧਰਤੀ ਨਾਲ ਦੀ ਨਾਲ ਠੰਡੀ ਹੋ ਜਾਂਦੀ ਹੈ? ਨਹੀਂ, ਸਾਡੀ ਧਰਤੀ ਨਾਲ ਦੀ ਨਾਲ ਠੰਡੀ ਨਹੀਂ ਹੁੰਦੀ, ਇਹ ਗਰਮ ਰਹਿੰਦੀ ਹੈ। ਇਹ ਘੱਟੋ ਘੱਟ ਇਹ ਮੰਨ ਲਓ ਵੀ 7 ਜਾਂ 8 ਘੰਟੇ ਜਾਂ 9 ਘੰਟੇ ਤੱਕ ਸਾਡੀ ਧਰਤੀ ਜਿਹੜੀ ਹੈ ਗਰਮ ਰਹਿੰਦੀ ਹੈ। ਗਰਮ ਮਤਲਬ ਇੰਨੀ ਗਰਮ ਤਾਂ ਨਹੀਂ ਰਹਿੰਦੀ ਜਿੰਨੀ ਸੂਰਜ ਦੇ ਹੁੰਦੇ ਰਹਿੰਦੀ ਹੈ, ਪਰ ਫਿਰ ਵੀ ਸਾਡੀ ਧਰਤੀ ਗਰਮ ਰਹਿੰਦੀ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜੀ ਗ੍ਰੀਨ ਹਾਊਸਿਸ ਗੈਸਾਂ ਹੁੰਦੀਆਂ ਨੇਗੀਆਂ ਉਹ ਊਸ਼ਮਾ ਨੂੰ ਜਾਂ ਸੂਰਜ ਦੀ ਤਪਸ਼ ਨੂੰ ਜਾਂ ਸੋਲਰ ਰੇਡੀਏਸ਼ਨ ਨੂੰ ਆਪਣੇ ਅੰਦਰ ਆਬਜ਼ਰਵ ਕਰ ਲੈਂਦੀਆਂ ਨੇ, ਉਹ ਅੰਦਰ ਇੱਕ ਸਪੰਜ ਦੀ ਤਰ੍ਹਾਂ ਸੋਖ ਲੈਂਦੀਆਂ ਨੇ। ਤੇ ਜਿਵੇਂ ਸਪੰਜ ਦੇ ਵਿੱਚੋਂ ਹੌਲੀ ਹੌਲੀ ਪਾਣੀ ਦਾ ਰਸਾਵ ਹੁੰਦਾ, ਉਸੇ ਤਰ੍ਹਾਂ ਇਹ ਹੌਲੀ ਹੌਲੀ ਜਿਹੜੀ ਸੋਲਰ ਰੇਡੀਏਸ਼ਨ ਹੈ ਉਹਨੂੰ ਕੀ ਕਰਦੀਆਂ ਨੇਗੀਆਂ, ਇਹ ਹੌਲੀ ਹੌਲੀ ਛੱਡਦੀਆਂ, ਜਿਹਨੂੰ ਅਸੀਂ ਬੋਲਦੇ ਨੇ ਟੈਰੇਸਟਰੀਅਲ ਰੇਡੀਏਸ਼ਨ। ਟੈਰੇਸਟਰੀਅਲ ਰੇਡੀਏਸ਼ਨ ਮਤਲਬ ਕੀ ਹੈ ਵੀ ਸੂਰਜ ਦੀ ਤਪਸ਼ ਦਾ ਪੁਲਾੜ ਦੇ ਵਿੱਚ ਵਾਪਸ ਚਲੇ ਜਾਣਾ, ਠੀਕ ਹੈ। ਹੁਣ ਜਦੋਂ ਤੁਸੀਂ ਦੇਖਦੇ ਹੋ ਵੀ ਜਦੋਂ ਕਈ ਵਾਰ ਆਕਾਸ਼ ਨਾ ਸਾਫ਼ ਹੁੰਦਾ ਹੈ, ਜਦੋਂ ਆਕਾਸ਼ ਸਾਫ਼ ਹੁੰਦਾ ਹੈ ਤਾਂ ਉਸ ਟਾਈਮ ਜਿਹੜੀਆਂ ਸਾਡੀਆਂ ਰਾਤਾਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇਗੀਆਂ, ਉਹ ਠੰਡੀਆਂ ਹੁੰਦੀਆਂ ਨੇਗੀਆਂ। ਪਰ ਜਦੋਂ ਕਈ ਵਾਰ ਬੱਦਲ ਹੁੰਦੇ ਨੇ, ਸਾਡੇ ਮੰਨ ਲਓ ਬੱਦਲ ਆ ਗਿਆ ਇੱਥੇ, ਠੀਕ ਹੈ, ਤੇ ਉਸ ਟਾਈਮ ਟੈਰੇਸਟਰੀਅਲ ਰੇਡੀਏਸ਼ਨ ਦਾ ਬਾਹਰ ਜਾਣ ਦਾ ਸਮਾਂ ਹੁੰਦਾ ਹੈ, ਤਾਂ ਟੈਰੇਸਟਰੀਅਲ ਰੇਡੀਏਸ਼ਨ ਜਿਹੜੀ ਹੈ, ਜਿਹੜੀ ਸੂਰਜ ਦੀ ਤਪਸ਼ ਹੈਗੀ, ਉਹ ਧਰਤੀ ਤੋਂ ਬਾਹਰ ਜਾਣੀ ਸ਼ੁਰੂ ਹੁੰਦੀ ਹੈ, ਪਰ ਬੱਦਲਾਂ ਕਰਕੇ ਇਹ ਜਾ ਨਹੀਂ ਸਕਦੀ ਹੈਗੀ। ਤਾਂ ਜਦੋਂ ਬੱਦਲਾਂ ਵਾਲੀ ਰਾਤ ਹੁੰਦੀ ਹੈ ਉਸ ਟਾਈਮ ਰਾਤਾਂ ਕੀ ਹੁੰਦੀਆਂ ਨੇਗੀਆਂ, ਉਸ ਟਾਈਮ ਰਾਤਾਂ ਗਰਮ ਹੁੰਦੀਆਂ ਨੇਗੀਆਂ, ਠੀਕ ਹੈ। ਜਦੋਂ ਬੱਦਲਵਾਈ ਹੁੰਦੀ ਹੈ ਤਾਂ ਰਾਤਾਂ ਸਾਡੀਆਂ ਕੀ ਹੁੰਦੀਆਂ ਨੇਗੀਆਂ, ਗਰਮ ਹੁੰਦੀਆਂ ਨੇ, ਕਿਉਂਕਿ ਸੂਰਜ ਦੀ ਊਸ਼ਮਾ ਜਿਹੜੀ ਹੈ ਧਰਤੀ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ। ਫਿਰ ਧਰਤੀ ਠੰਡੀ ਕਦੋਂ ਹੋ ਜਾਂਦੀ ਹੈ? ਰਾਤ ਦੇ 4 ਜਾਂ 5 ਵਜੇ ਤੱਕ ਸਾਡੀ ਧਰਤੀ ਕੰਪਲੀਟਲੀ ਸਾਡੀ ਧਰਤੀ ਠੰਡੀ ਹੋ ਚੁੱਕੀ ਹੁੰਦੀ ਹੈ, ਕਿਉਂਕਿ ਸਾਡੀ ਟੈਰੇਸਟਰੀਅਲ ਰੇਡੀਏਸ਼ਨ ਹੈ ਉਹ ਸਾਡੀ ਧਰਤੀ ਤੋਂ ਕੀ ਚਲੀ ਜਾਂਦੀ ਹੈ, ਉਹ ਬਾਹਰ ਚਲੀ ਜਾਂਦੀ ਹੈ। ਇਸ ਕਰਕੇ ਸਾਡੀ ਧਰਤੀ ਉਸ ਟਾਈਮ ਠੰਡੀ ਹੋ ਜਾਂਦੀ ਹੈ, ਠੀਕ ਹੈ। ਤੇ ਗ੍ਰੀਨ ਹਾਊਸ ਗੈਸਾਂ ਕੀ ਕਰਦੀਆਂ ਨੇ ਫਿਰ? ਗ੍ਰੀਨ ਹਾਊਸਿਸ ਗੈਸਾਂ ਜਿਹੜੀਆਂ ਨੇ ਧਰਤੀ ਦੇ ਆਲੇ ਦੁਆਲੇ ਕਵਚ ਬਣਾ ਲੈਂਦੀਆਂ ਨੇਗੀਆਂ, ਠੀਕ ਹੈ। ਜੇ ਕਿਤੇ ਗ੍ਰੀਨ ਹਾਊਸਿਸ ਗੈਸਾਂ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਇਹ ਕਿਤੇ ਨਾ ਕਿਤੇ ਇਹਦਾ ਜਿਹੜਾ ਪ੍ਰਭਾਵ ਪੈਂਦਾ ਉਹ ਜਲਵਾਯੂ ਪਰਿਵਰਤਨ ਦੇ ਉੱਪਰ ਹੀ ਪੈਂਦਾ। ਇਸ ਕਰਕੇ ਅਸੀਂ ਮੰਨਦੇ ਹਾਂ ਵੀ ਗ੍ਰੀਨ ਹਾਊਸਿਸ ਗੈਸਾਂ ਜਿਹੜੀਆਂ ਨੇ ਸਾਡੇ ਇਹ ਕਲਾਈਮੇਟ ਚੇਂਜ ਦੇ ਵਿੱਚ, ਜਲਵਾਯੂ ਪਰਿਵਰਤਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਜਿਹੜੀਆਂ ਨੇ ਇਹ ਨਿਭਾ ਰਹੀਆਂ ਨੇਗੀਆਂ। ਸਭ ਤੋਂ ਮੇਨ ਗੈਸ ਮੰਨੀ ਜਾਂਦੀ ਹੈ ਕਾਰਬਨ ਡਾਈਆਕਸਾਈਡ।
ਕਲਾਈਮੇਟ ਚੇਂਜ ਦੇ ਲਈ, ਠੀਕ ਹੈ। ਸਭ ਤੋਂ ਮੇਨ ਗੈਸ ਮੰਨੀ ਜਾਂਦੀ ਕਲਾਈਮੇਟ ਚੇਂਜ ਦੇ ਲਈ। ਵੈਸੇ ਤਾਂ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਗੈਸਿਸ, ਜਿਵੇਂ CFC, HFC ਹੈ, ਠੀਕ ਹੈ। ਤੇ ਪਰ ਸਭ ਤੋਂ ਜ਼ਿਆਦਾ ਐਕਟਿਵ ਜਿਹੜੀ ਮੰਨੀ ਜਾਂਦੀ ਹੈ ਉਹ ਕਾਰਬਨ ਡਾਈਆਕਸਾਈਡ ਨੂੰ ਹੀ ਮੰਨਿਆ ਜਾਂਦਾ ਹੈਗਾ। ਤੇ ਇੱਕ ਆਪਾਂ ਟੌਪਿਕ ਅੱਗੇ ਵੀ ਕਰਦੇ ਰਹਾਂਗੇ, ਤੇ ਇੱਕ ਟੌਪਿਕ ਦੇ ਵਿੱਚ ਆਪਾਂ ਕਰਾਂਗੇ ਕੁਝ ਨਾ ਧਰਤੀ ਦੇ ਉੱਪਰ ਬਹੁਤ ਸਾਰੇ ਸੰਮੇਲਨ ਬੁਲਾਏ ਗਏ ਨੇ ਕਲਾਈਮੇਟ ਨੂੰ ਬਚਾਉਣ ਦੇ ਲਈ ਜਾਂ ਧਰਤੀ ਨੂੰ ਬਚਾਉਣ ਦੇ ਲਈ। ਤਾਂ ਉਹਦੇ ਵਿੱਚ ਜਿਹੜਾ ਪਹਿਲਾ ਸੰਮੇਲਨ ਬੁਲਾਇਆ ਗਿਆ ਸੀਗਾ ਉਹ ਬੁਲਾਇਆ ਗਿਆ ਸੀਗਾ 1992 ਦੇ ਵਿੱਚ। 1992 ਦੇ ਵਿੱਚ ਬ੍ਰਾਜ਼ੀਲ ਦਾ ਇੱਕ ਸ਼ਹਿਰ ਹੈਗਾ ਰੀਓ ਡੀ ਜਨੇਰੀਓ। ਰੀਓ ਡੀ ਜਨੇਰੀਓ, ਉਹਦੇ ਵਿੱਚ ਧਰਤੀ ਨੂੰ ਬਚਾਉਣ ਦੇ ਲਈ, ਕਲਾਈਮੇਟ ਚੇਂਜ ਦੇ ਉੱਪਰ ਕੰਟਰੋਲ ਕਰਨ ਦੇ ਲਈ ਇੱਕ ਪ੍ਰੋਗਰਾਮ ਬੁਲਾਇਆ ਗਿਆ ਸੀਗਾ ਧਰਤੀ ਸੰਮੇਲਨ 1992 ਦੇ ਵਿੱਚ ਰੀਓ ਡੀ ਜਨੇਰੀਓ ਦੇ ਵਿੱਚ। ਤੇ ਕਾਫੀ ਵਾਰੀ ਕੁਐਸਚਨ ਪੁੱਛਿਆ ਜਾ ਚੁੱਕਿਆ ਇਹਦੇ ਬਾਰੇ। ਤੇ ਇਸੇ ਪ੍ਰੋਗਰਾਮ ਦੇ ਤਹਿਤ 1997 ਦੇ ਵਿੱਚ ਜਾਪਾਨ ਦਾ ਇੱਕ ਸ਼ਹਿਰ ਹੈਗਾ ਕਿਓਟੋ। ਕਿਓਟੋ, ਕਿਓਟੋ ਦੇ ਵਿੱਚ ਵੀ ਇੱਕ ਪ੍ਰੋਗਰਾਮ ਬੁਲਾਇਆ ਗਿਆ ਸੀ। ਇਸ ਕਿਓਟੋ ਪ੍ਰੋਗਰਾਮ ਦੇ ਵਿੱਚ ਪਾਰਟਿਕੂਲਰ ਕਾਰਬਨ ਡਾਈਆਕਸਾਈਡ ਬਾਰੇ ਗੱਲ ਕੀਤੀ ਗਈ ਸੀਗੀ 1997 ਦੇ ਵਿੱਚ, ਵੀ ਅਸੀਂ 1990 ਦੇ ਲੈਵਲ ਤੱਕ ਕਾਰਬਨ ਡਾਈਆਕਸਾਈਡ ਨੂੰ ਲੈ ਕੇ ਆਵਾਂਗੇ। ਮਤਲਬ ਜਿੰਨੇ ਵੀ ਦੇਸ਼ ਕਾਰਬਨ ਡਾਈਆਕਸਾਈਡ ਦਾ ਉਤਸਰਜਨ ਕਰਦੇ ਨੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਆਪਣੇ ਦੇਸ਼ ਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਉਤਸਰਜਨ ਹੈ ਉਹ ਤੁਸੀਂ ਜਿਹੜਾ ਹੈਗਾ ਉਹ 1990 ਦੇ ਲੈਵਲ ਤੇ ਲੈ ਕੇ ਆਉਣਾ, ਤਾਂ ਕਿ ਅਸੀਂ ਜਿਹੜਾ ਗ੍ਰੀਨ ਹਾਊਸ ਇਫੈਕਟ ਹੈ ਉਹਨੂੰ ਕੀ ਕਰ ਸਕੀਏ, ਘੱਟ ਕਰ ਸਕੀਏ। ਗ੍ਰੀਨ ਹਾਊਸ ਇਫੈਕਟ ਘੱਟ ਹੋਣ ਦੇ ਨਾਲ ਕੀ ਹੋਊਗਾ, ਸਾਡਾ ਜਿਹੜਾ ਕਲਾਈਮੇਟ ਚੇਂਜ ਹੈ ਉਹ ਕੰਟਰੋਲ ਦੇ ਵਿੱਚ ਆਊਗਾ। ਸਾਡਾ ਜਿਹੜਾ ਧਰਤੀ ਦੇ ਵਿੱਚ ਜਿਹੜਾ ਬਹੁਤ ਸਾਰੇ ਬਦਲਾਅ ਹੁੰਦੇ ਜਾ ਰਹੇ ਨੇ, ਬਹੁਤ ਸਾਰੇ ਜੀਵ ਜੰਤੂ ਜਿਹੜੇ ਨੇ, ਬਹੁਤ ਸਾਰੀਆਂ ਬਨਸਪਤੀਆਂ ਜਿਹੜੀਆਂ ਨੇ ਉਹ ਅਲੋਪ ਹੁੰਦੀਆਂ ਜਾ ਰਹੀਆਂ ਨੇ, ਤਾਂ ਕਿਤੇ ਨਾ ਕਿਤੇ ਅਸੀਂ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਇਕ ਹੋ ਸਕਦੇ ਹੈਗੇ, ਠੀਕ ਹੈ। ਤਾਂ 1997 ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਇਹਦੇ ਵਾਸਤੇ ਬੁਲਾਇਆ ਗਿਆ ਸੀਗਾ। ਤੇ ਜਿਵੇਂ ਜੇ ਹੁਣ ਗ੍ਰੀਨ ਹਾਊਸ ਗੈਸ ਦਾ ਇਫੈਕਟ ਜ਼ਿਆਦਾ ਵਧੂਗਾ ਤਾਂ ਗਲੇਸ਼ੀਅਰ ਪਿਘਲਣਗੇ, ਬਹੁਤ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਨੇ ਉਹ ਅਲੋਪ ਹੋ ਜਾਣਗੀਆਂ। ਧਰਤੀ ਦਾ ਟੈਂਪਰੇਚਰ ਵਧੂਗਾ ਤਾਂ ਕਿਤੇ ਨਾ ਕਿਤੇ ਮਨੁੱਖਤਾ ਨੂੰ ਵੀ ਖਤਰਾ ਜਿਹੜਾ ਉਤਪੰਨ ਹੋ ਸਕਦਾ ਹੈਗਾ। ਚੌਥੀ ਜਿਹੜੀ ਮੇਜਰ ਗੈਸ ਹੈਗੀ ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂਗੇ। ਵੈਸੇ ਚੌਥੀ ਜਿਹੜੀ ਮੇਜਰ ਗੈਸ ਸੀ ਉਹ ਕਾਰਬਨ ਡਾਈਆਕਸਾਈਡ ਹੀ ਹੈ। ਤੀਸਰੀ ਜਿਹੜੀ ਸਭ ਤੋਂ ਵੱਡੀ ਗੈਸ ਪਾਈ ਜਾਂਦੀ ਹੈ ਇਹਦੇ ਬਾਰੇ ਅਸੀਂ ਗੱਲ ਕਰ ਲੈਂਦੇ ਹਾਂ, ਕਿਉਂਕਿ ਇਹ ਸਾਨੂੰ ਇਹਦਾ ਕੋਈ ਜ਼ਿਆਦਾ ਲਾਭ ਹੈ ਨਹੀਂਗਾ ਆਰਗਨ। ਤਾਂ ਇਹ ਥਰਡ ਲਾਰਜੈਸਟ ਗੈਸ ਹੈ, 0.94% ਤੱਕ ਸਾਡੇ ਇਹ ਵਾਯੂਮੰਡਲ ਦੇ ਵਿੱਚ ਪਾਈ ਜਾਂਦੀ ਹੈ। ਇਹ ਤੀਸਰੀ ਵੱਡੀ ਗੈਸ ਹੈ, ਪਰ ਇਹ ਇੱਕ ਅਕਿਰਿਆਸ਼ੀਲ ਗੈਸ ਹੈ। ਅਕਿਰਿਆਸ਼ੀਲ ਮਤਲਬ ਇਹ ਕਿਸੇ ਵੀ ਚੀਜ਼ ਦੇ ਵਿੱਚ ਸਾਨੂੰ ਕੋਈ ਕੰਮ ਨਹੀਂ ਕਰਦੀ ਹੈਗੀ, ਇਸ ਕਰਕੇ ਇਹਨੂੰ ਅਕਿਰਿਆਸ਼ੀਲ ਅਸੀਂ ਗੈਸ ਮੰਨਦੇ ਹੁੰਦੇ ਹਾਂ, ਠੀਕ ਹੈ। ਤਾਂ ਇਹ ਸੀ ਸਾਡਾ ਵੈਸੇ ਤਾਂ ਗੈਸਿਸ ਹੋਰ ਬਹੁਤ ਸਾਰੀਆਂ ਹੁੰਦੀਆਂ ਨੇ, ਪਰ ਉਹ ਮਾਈਨਰ ਜੀ ਗੈਸਾਂ ਨੇ, ਜਿਵੇਂ ਹਾਈਡਰੋਜਨ ਵੀ ਹੈ, ਹੀਲੀਅਮ ਵੀ ਹੈ, ਠੀਕ ਹੈ। ਤਾਂ ਬਹੁਤ ਸਾਰੀ ਗੈਸਾਂ ਨੇਗੀਆਂ ਪਰ ਉਹ ਮਾਈਨਰ ਹੁੰਦੀਆਂ ਨੇ, ਇਸ ਕਰਕੇ ਉਹਨਾਂ ਬਾਰੇ ਚਰਚਾ ਅਸੀਂ ਜ਼ਿਆਦਾ ਇੱਥੇ ਨਹੀਂ ਕਰਾਂਗੇ। ਨੈਕਸਟ ਆਪਾਂ ਗੱਲ ਕਰਦੇ ਹਾਂਗੇ ਉਹ ਕਰਦੇ ਹਾਂ ਆਪਾਂ ਜਿਹੜੇ ਸਾਡੇ ਜਲ ਕਣ ਪਾਏ ਜਾਂਦੇ ਨੇ, ਜਲ ਕਣ ਪਾਏ ਜਾਂਦੇ ਨੇਗੇ, ਠੀਕ ਹੈ। ਤੇ ਜਦੋਂ ਧਰਤੀ ਆਪਣਾ ਇੱਕ ਰੂਪ ਧਾਰਨ ਕਰ ਰਹੀ ਸੀ, ਜਦੋਂ ਧਰਤੀ ਦੇ ਉੱਪਰ ਜਵਾਲਾਮੁਖੀ ਬਹੁਤ ਵੱਡੀ ਮਾਤਰਾ ਦੀ ਫਟ ਰਹੇ ਸੀਗੇ, ਤਾਂ ਧਰਤੀ ਦੇ ਵਿੱਚੋਂ ਹੀ ਜਲ ਕਣ ਜਿਹੜੇ ਸੀ ਉਹ ਸਾਡੇ ਵਾਯੂਮੰਡਲ ਦੇ ਵਿੱਚ ਆਏ ਸੀ। ਉਹਨਾਂ ਦੇ ਨਾਲ ਹੀ ਜਲ ਕਣਾਂ ਦੇ ਨਾਲ ਹੀ ਫਿਰ ਅੱਗੇ ਜਦੋਂ ਉਹਨਾਂ ਦੇ ਨਾਲ ਹੀ ਬੱਦਲ ਬਣੇ ਨੇ, ਬੱਦਲਾਂ ਨਾਲ ਹੀ ਫਿਰ ਧਰਤੀ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਸਮੁੰਦਰਾਂ ਦਾ ਤੇ ਸਾਗਰਾਂ ਦਾ ਜਿਹੜਾ ਜਨਮ ਹੋਇਆ ਸੀਗਾ। ਤੇ ਜਿਹੜੇ ਵਾਟਰ ਪੇਪਰ ਨੇ ਸਾਨੂੰ ਇਹ ਜਲ ਕਣ ਜਿਹੜੇ ਸਾਡੇ ਹਵਾ ਦੇ ਵਿੱਚ ਤੈਰਦੇ ਹੋਏ ਸਾਨੂੰ ਦਿਖਾਈ ਦਿੰਦੇ ਨੇ, ਤਾਂ ਇਹ ਬੜੇ ਇੰਪੋਰਟੈਂਟ ਨੇ ਸਾਡੇ ਵਾਸਤੇ। ਇਹਦਾ ਕਾਰਨ ਕੀ ਹੈਗਾ, ਇਹਦਾ ਕਾਰਨ ਬਾਰੇ ਆਪਾਂ ਕਰਦੇ ਹਾਂ, ਡਿਸਕਸ ਕਰਦੇ ਹਾਂ ਇਹਦੇ ਬਾਰੇ, ਠੀਕ ਹੈ। ਤੇ ਦੇਖੋ, ਜਦੋਂ ਕਿਸੇ ਜਗ੍ਹਾ ਦੇ ਉੱਪਰ ਟੈਂਪਰੇਚਰ ਵਧੂਗਾ, ਤਾਪਮਾਨ ਵਧੂਗਾ, ਠੀਕ ਹੈ, ਤਾਂ ਉਦੋਂ ਜਲ ਕਣਾਂ ਦੇ ਵਿੱਚ ਵੀ ਵਾਧਾ ਹੁੰਦਾ ਹੈਗਾ, ਠੀਕ ਹੈ। ਉਹ ਵਾਧਾ ਕਿਵੇਂ ਹੁੰਦਾ ਹੈਗਾ, ਜਦੋਂ ਟੈਂਪਰੇਚਰ ਵਧੂਗਾ ਤਾਂ ਉਹਦੇ ਨਾਲ ਜੇ ਕਿਤੇ ਕਿਸੇ ਜਗ੍ਹਾ ਤੇ ਪਾਣੀ ਦਾ ਕੋਈ ਸਰੋਤ ਹੈਗਾ ਤਾਂ ਉਹਦਾ ਕੀ ਹੋਊਗਾ, ਵਾਸ਼ਪੀਕਰਨ ਹੋਊਗਾ, ਠੀਕ ਹੈ। ਵੈਪਰਾਈਜੇਸ਼ਨ ਹੋਊਗੀ, ਵਾਸ਼ਪੀਕਰਨ ਹੋਊਗਾ। ਤੇ ਜਦੋਂ ਉੱਪਰ ਚਲਾ ਜਾਊਗਾ, ਇਹ ਬੱਦਲ ਬਣ ਕੇ ਚਲਾ ਜਾਊਗਾ, ਤਾਂ ਜਦੋਂ ਉੱਪਰ ਜਾ ਕੇ ਉਸ ਬੱਦਲ ਦਾ ਕੀ ਹੋ ਜਾਊਗਾ, ਉੱਥੇ ਉਹਦਾ ਸੰਗਰਣ ਹੋ ਜਾਊਗਾ, ਕੰਡੈਂਸੇਸ਼ਨ ਹੋ ਜਾਊਗੀ। ਕੰਡੈਂਸੇਸ਼ਨ ਦੇ ਹੋਣ ਨਾਲ ਕੀ ਹੋਊਗਾ, ਉਹ ਵਰਖਾ ਦੇ ਰੂਪ ਦੇ ਵਿੱਚ ਦੁਬਾਰਾ ਧਰਤੀ ਦੇ ਉੱਪਰ ਆ ਜਾਂਦਾ, ਠੀਕ ਹੈ। ਤਾਂ ਇੱਕ ਜਲ ਚੱਕਰ ਚੱਲਦਾ ਹੁੰਦਾ। ਤਾਂ ਟੈਂਪਰੇਚਰ ਵਧਣ ਦੇ ਨਾਲ ਜਲ ਕਣ ਜਿਹੜੇ ਨੇ ਉਹ ਵੱਧਦੇ ਨੇ, ਤੇ ਜਿੱਥੇ ਟੈਂਪਰੇਚਰ ਘਟੂਗਾ ਉੱਥੇ ਜਲ ਵਾਸ਼ਪ ਵੀ ਘਟਦੇ ਨੇ ਜਾਂ ਜਲ ਕਣ ਵੀ ਘਟਦੇ ਨੇ। ਭੂ ਮੱਧ ਰੇਖਾ ਦੇ ਉੱਪਰ ਟੈਂਪਰੇਚਰ ਜ਼ਿਆਦਾ ਪਾਇਆ ਜਾਂਦਾ ਹੈ, ਤਾਂ ਭੂ ਮੱਧ ਰੇਖਾ ਦੇ ਉੱਪਰ ਤੁਹਾਨੂੰ ਜਲ ਕਣਾਂ ਦੀ ਮਾਤਰਾ ਜਿਹੜੀ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਪਰੋਕਸ 1% ਤੋਂ ਲੈ ਕੇ 4% ਤੱਕ ਜਿਹੜੇ ਨੇ ਜਲ ਕਣ ਉਹ ਹਰ ਜਗ੍ਹਾ ਤੇ ਪਾਏ ਜਾਂਦੇ ਨੇ। ਜੇ ਘੱਟ ਸੰਖਿਆ ਦੀ ਜਲ ਕਣਾਂ ਦੀ ਤਾਂ 1% ਤੱਕ ਹੋ ਸਕਦੀ ਹੈ, ਤੇ ਵੱਧ ਤੋਂ ਵੱਧ ਵੀ 4% ਤੱਕ ਹੋ ਸਕਦੀ ਹੈ। ਹਵਾ ਦੇ ਵਿੱਚ ਮੌਜੂਦਗੀ ਉਹਦੀ 4% ਤੱਕ ਹੋ ਸਕਦੀ ਹੈ। ਸਭ ਤੋਂ ਜ਼ਿਆਦਾ ਕਿੱਥੇ ਤੁਹਾਨੂੰ ਮਿਲਦੇ ਨੇ ਜਲ ਕਣ ਜਿਹੜੇ ਦੇਖਣ ਨੂੰ ਮਿਲਣਗੇ ਫਿਰ ਉਹ, ਕਿਉਂਕਿ ਟੈਂਪਰੇਚਰ ਸਭ ਤੋਂ ਜ਼ਿਆਦਾ ਕਿੱਥੇ ਹੁੰਦਾ ਹੈ, ਤਾਂ ਭੂ ਮੱਧ ਰੇਖਾ ਦੇ ਇਰਦ ਗਿਰਦ ਹੁੰਦਾ ਹੈ। ਭੂ ਮੱਧ ਰੇਖਾ ਦੇ ਇਰਦ ਗਿਰਦ ਟੈਂਪਰੇਚਰ ਬਹੁਤ ਜ਼ਿਆਦਾ ਹੋਣ ਕਰਕੇ ਹਵਾ ਇੱਥੋਂ ਗਰਮ ਹੋ ਕੇ ਉੱਪਰ ਉੱਠਦੀ ਹੈ, ਠੀਕ ਹੈ, ਤੇ ਉੱਪਰ ਜਾ ਕੇ ਠੰਡੀ ਹੋ ਜਾਂਦੀ ਹੈ, ਤੇ ਇੱਥੇ ਵਰਖਾ ਦਾ ਕਾਰਨ ਬਣ ਜਾਂਦੀ ਹੈ। ਇੱਥੇ ਡੇਲੀ ਵਰਖਾ ਹੋ ਜਾਂਦੀ ਹੈ, ਇੱਥੇ 2 ਵਜੇ ਤੋਂ ਲੈ ਕੇ 4 ਵਜੇ ਵਿਚਕਾਰ ਡੇਲੀ ਇੱਥੇ ਵਰਖਾ ਹੁੰਦੀ ਹੈ। ਇਸੇ ਕਰਕੇ ਇਸ ਜਗ੍ਹਾ ਦੇ ਉੱਪਰ ਜਲ ਕਣ ਜਿਹੜੇ ਨੇ ਉਹ ਜ਼ਿਆਦਾ ਪਾਏ ਜਾਂਦੇ ਨੇ।
ਜੇ ਦੂਸਰੀ ਆਪਾਂ ਗੱਲ ਕਰ ਲੈਂਦੇ ਵੀ ਸਭ ਤੋਂ ਘੱਟ ਕਿੱਥੇ ਪਾਏ ਜਾਂਦੇ ਨੇ, ਤਾਂ ਸਭ ਤੋਂ ਘੱਟ ਤੁਹਾਨੂੰ ਇਹ ਧਰੁਵਾਂ ਦੇ ਉੱਪਰ ਦੇਖਣ ਨੂੰ ਮਿਲਦੇ ਨੇ ਤੇ ਤੁਹਾਨੂੰ ਇਹ ਰੇਗਿਸਤਾਨ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਕਿਉਂਕਿ ਰੇਗਿਸਤਾਨ ਦੇ ਵਿੱਚ ਟੈਂਪਰੇਚਰ ਗਰਮ ਹੁੰਦਾ ਹੈ, ਪਰ ਰੇਗਿਸਤਾਨ ਦੇ ਵਿੱਚ ਕੋਈ ਜਲ ਦਾ ਸਰੋਤ ਨਹੀਂ ਹੁੰਦਾ ਹੈਗਾ। ਇਸ ਕਰਕੇ ਇੱਥੇ ਦੇਖੋ ਸਮੁੰਦਰ ਇਰਦ ਗਿਰਦ ਸਮੁੰਦਰ ਹੈ ਨਾ, ਇਸ ਕਰਕੇ ਰੇਗਿਸਤਾਨ ਦੇ ਵਿੱਚ ਤੁਹਾਨੂੰ ਜਿਹੜੇ ਜਲ ਕੰਨੇ ਉਹ ਘੱਟ ਦੇਖਣ ਨੂੰ ਮਿਲਣਗੇ ਤੇ ਤੁਹਾਨੂੰ ਧਰੁਵਾਂ ਦੇ ਉੱਪਰ ਜਿਹੜੇ ਜਲ ਕੰਨੇ ਉਹ ਘੱਟ ਦੇਖਣ ਨੂੰ ਮਿਲਦੇ ਨੇਗੇ। ਠੀਕ ਹੈ, ਤੇ ਸਾਡੀ ਧਰਤੀ ਵਾਸਤੇ ਕਿਉਂ ਇੰਪੋਰਟੈਂਟ ਨੇ? ਸਾਡੀ ਧਰਤੀ ਵਾਸਤੇ ਇਸ ਕਰਕੇ ਇੰਪੋਰਟੈਂਟ ਨੇ ਇਹ, ਕਾਰਨ ਕੀ ਇਹਨਾਂ ਦਾ, ਕਿਉਂਕਿ ਇਹ ਧਰਤੀ ਦਾ ਨਾ ਇੱਕ ਟੈਂਪਰੇਚਰ ਦਾ ਬੈਲੈਂਸ ਬਣਾ ਕੇ ਰੱਖਦੇ ਨੇ। ਟੈਂਪਰੇਚਰ ਦਾ ਬੈਲੈਂਸ ਬਣਾ ਕੇ ਰੱਖਦੇ ਨੇ। ਕਿਤੇ ਨਾ ਕਿਤੇ ਗ੍ਰੀਨ ਹਾਊਸ ਗੈਸਾਂ ਦੇ ਮਤਲਬ ਗ੍ਰੀਨ ਹਾਊਸ ਇਫੈਕਟ ਦੇ ਵਿੱਚ ਜਾਂ ਕਲਾਈਮੇਟ ਚੇਂਜ ਦੇ ਵਿੱਚ ਜਲ ਕਣ ਵੀ ਬਹੁਤ ਵੱਡਾ ਜ਼ਿੰਮੇਵਾਰ ਨੇਗੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਸੂਰਜ ਦੀ ਤਪਸ਼ ਨੂੰ ਇਹ ਸੋਖ ਲੈਂਦੇ ਨੇ। ਠੀਕ ਹੈ, ਸੂਰਜ ਦੀ ਤਪਸ਼ ਨੂੰ ਇਹ ਸੋਖ ਲੈਂਦੇ ਨੇ। ਇਹ ਜਲ ਕਣ ਹਵਾ ਦੇ ਵਿੱਚ ਹੀ ਗਰਮ ਹੋ ਜਾਂਦੇ ਨੇ, ਤਾਂ ਕਿਤੇ ਨਾ ਕਿਤੇ ਧਰਤੀ ਦੇ ਟੈਂਪਰੇਚਰ ਨੂੰ ਵੀ ਕੀ ਕਰ ਦਿੰਦੇ ਨੇ, ਇਹ ਵਧਾ ਦਿੰਦੇ ਨੇ। ਠੀਕ ਹੈ, ਤੇ ਸਾਨੂੰ ਫਾਇਦਾ ਵੀ ਦਿੰਦੇ ਨੇ। ਇਹ ਕੀ ਕਰਦੇ ਨੇ, ਜਿਹੜੀਆਂ ਸੂਰਜ ਦੀਆਂ ਬਹੁਤ ਸਾਰੀਆਂ ਖਤਰਨਾਕ ਕਿਰਨਾਂ ਨੇ ਉਹਨੂੰ ਵੀ ਸੋਖ ਲੈਂਦੇ ਨੇ ਕਈ ਵਾਰੀ ਇਹ। ਠੀਕ ਹੈ, ਭਾਵੇਂ ਧਰਤੀ ਨੂੰ ਗਰਮ ਕਰ ਦਿੰਦੇ ਨੇ, ਪਰ ਸੂਰਜ ਦੀ ਜਿਹੜੀ ਤਪਸ਼ ਹੈ, ਵਾਧੂ ਤਪਸ਼ ਹੈ, ਉਹਨੂੰ ਵੀ ਕਈ ਵਾਰ ਕੀ ਕਰ ਲੈਂਦੇ ਨੇ, ਸੋਖ ਲੈਂਦੇ ਨੇ। ਇਸ ਕਰਕੇ ਸਾਡੇ ਧਰਤੀ ਦੇ ਟੈਂਪਰੇਚਰ ਨੂੰ ਇਹ ਬੈਲੈਂਸ ਕਰਨ ਦੇ ਵਿੱਚ ਵੀ ਸਾਡੀ ਸਹਾਇਤਾ ਕਰਦੇ ਨੇ। ਧਰਤੀ ਦੇ ਟੈਂਪਰੇਚਰ ਨੂੰ ਸੰਤੁਲਨ ਕਰਨ ਦੇ ਵਿੱਚ ਸਾਡੀ ਕੀ ਕਰਦੇ ਨੇ, ਸਹਾਇਤਾ ਕਰਦੇ ਨੇ। ਇਸੇ ਕਰਕੇ ਉਹਨੂੰ ਧਰਤੀ ਦਾ ਅਸੀਂ ਬਲੈਂਕਟ ਜਾਂ ਧਰਤੀ ਦਾ ਨੂੰ ਕੰਬਲ ਵੀ ਆਖ ਦਿੰਦੇ ਹਾਂ। ਧਰਤੀ ਦਾ ਨੂੰ ਕੰਬਲ ਵੀ ਆਖ ਦਿੰਦੇ ਹਾਂ। ਠੀਕ ਹੈ, ਚਲੋ ਨੈਕਸਟ ਗੱਲ ਆਪਾਂ ਕਰਦੇ ਹਾਂ ਸਾਡੇ ਧੂਲ ਕਣਾਂ ਬਾਰੇ, ਡਸਟ ਪਾਰਟੀਕਲ ਬਾਰੇ। ਜਿਹੜੇ ਡਸਟ ਪਾਰਟੀਕਲ ਨੇਗੇ ਇਹ ਵੀ ਸਾਡੀ ਧਰਤੀ ਵਾਸਤੇ ਬਿਲਕੁਲ ਸੇਮ ਉਸੇ ਤਰ੍ਹਾਂ ਹੀ ਕੰਮ ਕਰਦੇ ਨੇ ਜਿਵੇਂ ਸਾਡੀਆਂ ਗੈਸਿਸ ਕਰਦੀਆਂ ਨੇ ਜਾਂ ਜਿਵੇਂ ਸਾਡੇ ਜਲ ਕਣ ਕਰਦੇ ਨੇਗੇ। ਠੀਕ ਹੈ, ਤੇ ਇਹ ਕੀ ਕਰ ਲੈਂਦੇ ਨੇਗੇ, ਇਹ ਵੀ ਸੂਰਜ ਦੀ ਜਿਹੜੀ ਊਸ਼ਮਾ ਹੈ ਜਾਂ ਸੂਰਜ ਦੀ ਜਿਹੜੀ ਤਪਸ਼ ਹੈ ਉਹਨੂੰ ਸੋਖ ਲੈਂਦੇ ਨੇ, ਆਪਣੇ ਅੰਦਰ ਸੋਖਦੇ ਨੇਗੇ। ਠੀਕ ਹੈ, ਤਾਂ ਕਿਤੇ ਨਾ ਕਿਤੇ ਇਹ ਵੀ ਟੈਂਪਰੇਚਰ ਵਾਧੇ ਦੇ ਵਿੱਚ ਕੀ ਕਰਦੇ ਨੇਗੇ, ਹੈਲਪ ਕਰਦੇ ਨੇਗੇ। 10 ਕਿਲੋਮੀਟਰ ਦੀ ਮੌਜੂਦਗੀ ਤੱਕ ਸਾਨੂੰ ਇਹ ਉੱਪਰ ਮਿਲਦੇ ਨੇਗੇ, 10 ਕਿਲੋਮੀਟਰ ਦੀ ਮੌਜੂਦਗੀ ਤੱਕ। ਠੀਕ ਹੈ, ਹੋਰ ਇਹਨਾਂ ਦਾ ਮੇਨ ਕੰਮ ਕੀ ਹੈ, ਇਹ ਸੂਰਜ ਦੇ ਪ੍ਰਕਾਸ਼ ਨੂੰ ਪਰਿਵਰਤਿਤ ਕਰ ਦਿੰਦੇ ਨੇ। ਸੂਰਜੀ ਪ੍ਰਕਾਸ਼ ਨੂੰ ਪਰਿਵਰਤਿਤ ਕਰਨਾ, ਸੂਰਜੀ ਪ੍ਰਕਾਸ਼ ਨੂੰ ਪਰਿਵਰਤਿਤ ਕਰ ਦਿੰਦੇ ਨੇ, ਮਤਲਬ ਸੂਰਜ ਦੇ ਪ੍ਰਕਾਸ਼ ਨੂੰ ਖਿਲਾਰ ਦਿੰਦੇ ਨੇ। ਜੇ ਕਿਤੇ ਡਸਟ ਪਾਰਟੀਕਲ ਨਾ ਹੁੰਦੇ ਤਾਂ ਜਿਹੜਾ ਸੂਰਜ ਦਾ ਪ੍ਰਕਾਸ਼ ਸੀਗਾ ਉਹ ਸਾਨੂੰ ਇੱਕ ਸਿੱਧੀ ਰੇਖਾ ਦੇ ਵਿੱਚ ਧਰਤੀ ਦੇ ਉੱਪਰ ਮਿਲਣਾ ਸੀਗਾ, ਉਹ ਸਾਨੂੰ ਫੈਲ ਕੇ ਨਹੀਂ ਮਿਲਣਾ ਸੀਗਾ। ਤਾਂ ਇਹ ਸਾਡੇ ਹੈਗੇ ਨੇ 3 ਮੇਨ ਕੰਪੋਨੈਂਟ, ਤਾਂ ਇਹਨਾਂ ਬਾਰੇ ਆਪਾਂ ਡਿਸਕਸ ਕੀਤੀ ਹੈ। ਇਸ ਤੋਂ ਬਾਅਦ ਆਪਾਂ ਜਿਹੜਾ ਸਟਰਕਚਰ ਹੈ ਸਾਡੇ ਵਾਯੂਮੰਡਲ ਦਾ ਉਹ ਆਪਾਂ ਦੇਖਦੇ ਹਾਂ। ਜਿਵੇਂ ਤੁਸੀਂ ਪਿਕਚਰ ਦੇਖ ਰਹੇ ਹੋ ਇੱਥੇ, ਤੇ ਇੱਥੇ ਆਪਾਂ ਦੇਖਦੇ ਹਾਂ ਵੀ ਇੱਥੇ ਜਿਹੜੀ ਸਾਡਾ ਵਾਯੂਮੰਡਲ ਦਾ ਜਿਹੜਾ ਸਟਰਕਚਰ ਹੈ ਮੇਨ, ਉਹਨੂੰ ਅਸੀਂ 5 ਭਾਗਾਂ ਦੇ ਵਿੱਚ ਵੰਡਦੇ ਹੁੰਦੇ ਹਾਂ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਟ੍ਰੋਪੋਸਫੀਅਰ ਦੀ, ਫਿਰ ਆਪਾਂ ਸਟ੍ਰੈਟੋਸਫੀਅਰ ਦੀ ਗੱਲ ਕਰਾਂਗੇ, ਫਿਰ ਆਪਾਂ ਮੈਸੋਫੀਅਰ ਦੀ ਗੱਲ ਕਰਾਂਗੇ, ਫਿਰ ਇਸ ਤੋਂ ਬਾਅਦ ਆਪਾਂ ਥਰਮੋਸਫੀਅਰ ਦੀ ਗੱਲ ਕਰਾਂਗੇ, ਫਿਰ ਆਪਾਂ ਐਕਸੋਸਫੀਅਰ ਦੀ ਗੱਲ ਕਰਾਂਗੇ। ਤਾਂ ਇਸ ਚਿੱਤਰ ਦੁਆਰਾ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਸਾਡੀ ਜਿਹੜਾ ਵਾਯੂਮੰਡਲ ਦਾ ਸਟਰਕਚਰ ਹੈ ਉਹ ਕਿਸ ਪ੍ਰਕਾਰ ਹੈ, ਉਹ ਕੀ ਕੰਮ ਕਰਦਾ ਹੈ, ਇਹਦੇ ਵਿੱਚ ਕਿਹੜੀਆਂ ਘਟਨਾਵਾਂ ਵਾਪਰਦੀਆਂ ਨੇਗੀਆਂ, ਇਹਨਾਂ ਦੀ ਮੌਜੂਦਗੀ ਜਿਹੜੀ ਪਾਈ ਜਾਂਦੀ ਹੈ ਕਿੱਥੇ, ਕਿੰਨੇ ਕਿਲੋਮੀਟਰ ਤੱਕ ਪਾਈ ਜਾਂਦੀ ਹੈ। ਤਾਂ ਸਟਰਕਚਰ ਬਾਰੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਟ੍ਰੋਪੋਸਫੀਅਰ ਦੀ। ਠੀਕ ਹੈ, ਇੱਥੇ ਲਿਖਿਆ ਤੁਹਾਨੂੰ ਦਿਖਾਈ ਦੇ ਰਿਹਾ ਟ੍ਰੋਪੋਸਫੀਅਰ, ਮੈਂ ਇੱਥੇ ਪੰਜਾਬੀ ਦੇ ਵਿੱਚ ਲਿਖ ਦਿੰਦਾ ਅਸ਼ਾਂਤੀ ਮੰਡਲ। ਇਹਨੂੰ ਅਸੀਂ ਅਸ਼ਾਂਤੀ ਮੰਡਲ ਦਾ ਨਾਮ ਦਿੰਦੇ ਹਾਂ। ਠੀਕ ਹੈ, ਤੇ ਇੱਥੇ 7 ਮਾਈਲ ਦੇ ਵਿੱਚ ਇਹਦੀ ਮੌਜੂਦਗੀ ਲਿਖੀ ਗਈ ਹੈ। ਅਸੀਂ ਇਹ ਕਹਿ ਸਕਦੇ ਵੀ 8 ਤੋਂ ਲੈ ਕੇ 18 ਕਿਲੋਮੀਟਰ ਤੱਕ ਇਹਦੀ ਮੌਜੂਦਗੀ ਜਿਹੜੀ ਸਾਨੂੰ ਇਹ ਪਾਈ ਜਾਂਦੀ ਹੈ। ਠੀਕ ਹੈ, ਹੁਣ 8 ਤੋਂ ਲੈ ਕੇ 18 ਤੱਕ ਕਿਲੋਮੀਟਰ ਤੱਕ ਕਿਉਂ ਪਾਈ ਜਾਂਦੀ ਹੈ? ਜੇ ਅਸੀਂ ਦੇਖੀਏ ਤਾਂ ਸਾਨੂੰ ਇਹਦੀ ਮੌਜੂਦਗੀ, ਵਾਯੂਮੰਡਲ ਦੀ ਮੌਜੂਦਗੀ ਜਿਹੜੀ ਹੈ, ਟ੍ਰੋਪੋਸਫੀਅਰ ਦੀ ਜਿਹੜੀ ਲਾਈਨਸ ਹੈ, ਇਹ ਧਰੁਵਾਂ ਦੇ ਉੱਪਰ ਤਾਂ ਸਾਨੂੰ ਦੇਖਣ ਨੂੰ ਮਿਲਦੀ 8 ਕਿਲੋਮੀਟਰ ਤੱਕ, ਤੇ ਇਹ ਭੂ-ਮੱਧ ਰੇਖਾ ਦੇ ਉੱਪਰ ਚਲੀ ਜਾਂਦੀ 18 ਕਿਲੋਮੀਟਰ ਤੱਕ। 18 ਕਿਲੋਮੀਟਰ ਤੱਕ ਕਿਉਂ ਚਲੀ ਜਾਂਦੀ ਹੈ? ਕਿਉਂਕਿ ਧਰੁਵਾਂ ਦੇ ਉੱਪਰ ਸਾਨੂੰ ਪਤਾ ਵੀ ਹਵਾ ਠੰਡੀ ਹੋ ਜਾਂਦੀ ਹੈ। ਜਦੋਂ ਹਵਾ ਸੁੰਗੜਦੀ ਹੈ ਜਾਂ ਹਵਾ ਠੰਡੀ ਹੁੰਦੀ ਹੈ ਤਾਂ ਉਹਦਾ ਵੋਲੀਅਮ ਘਟ ਜਾਂਦਾ ਹੈ, ਤੇ ਜਦੋਂ ਉਹਦਾ ਵੋਲੀਅਮ ਘਟਦਾ ਹੈਗਾ ਤਾਂ ਜਿਹੜਾ ਸਾਡਾ ਟ੍ਰੋਪੋਸਫੀਅਰ ਹੈ ਉਹਦੀ ਉਚਾਈ ਵੀ ਕੀ ਹੋ ਜਾਂਦੀ ਹੈ, ਉਹ ਘਟ ਜਾਂਦੀ ਹੈ, ਨੀਚੇ ਆ ਜਾਂਦੀ ਹੈ। ਤੇ ਜਦੋਂ ਹਵਾ ਫੈਲਦੀ ਹੈ, ਕਿਉਂਕਿ ਹਵਾ ਜਦੋਂ ਗਰਮ ਹੁੰਦੀ ਹੈ ਤਾਂ ਹਵਾ ਫੈਲੂਗੀ, ਜਦੋਂ ਹਵਾ ਫੈਲੂਗੀ ਤਾਂ ਉਹਦਾ ਵੋਲੀਅਮ ਕੀ ਹੋਊਗਾ, ਉਹ ਪਲੱਸ ਹੁੰਦਾ ਹੈ। ਜਦੋਂ ਹਵਾ ਦਾ ਵੋਲੀਅਮ ਪਲੱਸ ਹੋਊਗਾ, ਹਵਾ ਫੈਲੂਗੀ ਤਾਂ ਉਹ ਉੱਪਰ ਉੱਠ ਕੇ ਟ੍ਰੋਪੋਸਫੀਅਰ ਦੀ ਜਿਹੜੀ ਲੇਅਰ ਹੈਗੀ ਉਹਨੂੰ ਵੀ ਕੀ ਕਰ ਦਿੰਦੀ ਹੈ, ਉੱਪਰ ਕਰ ਦਿੰਦੀ ਹੈ। ਇਸ ਕਰਕੇ ਧਰੁਵਾਂ ਦੇ ਉੱਪਰ ਟ੍ਰੋਪੋਸਫੀਅਰ ਦੀ ਉਚਾਈ ਘੱਟ ਪਾਈ ਜਾਂਦੀ ਹੈ ਤੇ ਭੂ-ਮੱਧ ਰੇਖਾ ਦੇ ਉੱਪਰ ਟ੍ਰੋਪੋਸਫੀਅਰ ਦੀ ਉਚਾਈ ਉਹ ਜ਼ਿਆਦਾ ਪਾਈ ਜਾਂਦੀ ਹੈ। ਠੀਕ ਹੈ, ਟ੍ਰੋਪੋਸਫੀਅਰ ਨੂੰ ਅਸੀਂ ਅਸ਼ਾਂਤੀ ਮੰਡਲ ਦਾ ਨਾਮ ਦਿੱਤਾ ਹੈ। ਅਸ਼ਾਂਤੀ ਮੰਡਲ ਦਾ ਨਾਮ ਅਸੀਂ ਕਿਉਂ ਦਿੰਦੇ ਹਾਂ? ਅਸੀਂ ਕਿਉਂਕਿ ਜਿੰਨੀਆਂ ਵੀ ਮੌਸਮ ਸੰਬੰਧੀ ਕਿਰਿਆਵਾਂ ਹੁੰਦੀਆਂ ਨੇ ਉਹ ਸਾਰੀਆਂ ਦੀ ਸਾਰੀਆਂ ਕਿੱਥੇ ਵਾਪਰਦੀਆਂ ਨੇਗੀਆਂ, ਉਹ ਸਾਰੀਆਂ ਟ੍ਰੋਪੋਸਫੀਅਰ ਦੇ ਵਿੱਚ ਹੀ ਵਾਪਰਦੀਆਂ ਨੇ। ਮੀਂਹ ਪੈਂਦਾ ਹੈ, ਹਨੇਰੀ ਆਉਣਾ, ਬੱਦਲ ਫਟਣਾ, ਬੱਦਲਾਂ ਦਾ ਗਰਜਣਾ, ਬਿਜਲੀ ਚਮਕਣਾ, ਉਹ ਸਾਰੀ ਘਟਨਾਵਾਂ ਕਿੱਥੇ ਵਾਪਰਦੀਆਂ ਨੇਗੀਆਂ, ਉਹ ਸਾਰੀਆਂ ਅਸ਼ਾਂਤੀ ਮੰਡਲ ਦੇ ਵਿੱਚ ਹੀ ਵਾਪਰਦੀਆਂ ਨੇਗੀਆਂ। ਠੀਕ ਹੈ, ਇੱਕ ਚੀਜ਼ ਦਾ ਧਿਆਨ ਰੱਖਿਓ, ਇੱਥੇ
ਇਸੇ ਪਰਤ ਦੇ ਵਿੱਚ ਹੀ ਬੱਦਲ ਬਣਦੇ ਨੇ, ਇਸੇ ਵਿੱਚ ਹੀ ਵਾਸ਼ਪੀਕਰਨ ਹੁੰਦਾ, ਇਸੇ ਦੇ ਵਿੱਚ ਹੀ ਸੰਘਣਨ ਹੁੰਦਾ ਹੈਗਾ, ਇਸੇ ਦੇ ਵਿੱਚ ਹੀ ਮੀਂਹ ਪੈਂਦਾ, ਇਸੇ ਦੇ ਵਿੱਚ ਹੀ ਗੜੇ ਪੈਂਦੇ ਨੇ। ਜੋ ਕੁਝ ਵੀ ਹੁੰਦਾ ਹੈਗਾ ਮੌਸਮ ਸੰਬੰਧੀ ਕਿਰਿਆਵਾਂ ਦਾ, ਉਹ ਸਾਰਾ ਕੁਝ ਟ੍ਰੋਪੋਸਫੀਅਰ ਦੇ ਵਿੱਚ ਹੀ ਵਾਪਰਦਾ ਹੁੰਦਾ ਹੈ। ਠੀਕ ਹੈ। ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਆਪਾਂ ਇੱਥੇ, ਵੀ ਜਦੋਂ ਵੀ ਕਦੇ ਅਸੀਂ ਉਚਾਈ ਤੇ ਜਾਂਦੇ ਹਾਂ ਤਾਂ ਟੈਂਪਰੇਚਰ ਘਟਦਾ ਹੁੰਦਾ ਹੈ। ਠੀਕ ਹੈ, ਟੈਂਪਰੇਚਰ ਘਟਦਾ ਹੈ। ਤੇ ਇਹਨੂੰ ਅਸੀਂ ਥਰਮਲ ਲੈਪਸ ਰੇਟ ਬੋਲਦੇ ਹਾਂ, ਮਤਲਬ ਤਾਪਮਾਨ ਦਾ ਘਟਣਾ ਉਹ ਕਿਵੇਂ ਹੁੰਦਾ ਹੈ, ਮਤਲਬ ਜਦੋਂ ਸਾਡਾ ਜਿਹੜਾ ਟੈਂਪਰੇਚਰ ਘਟਦਾ ਹੈ ਉਹ ਕਿਸ ਲੈਵਲ ਤੇ ਘਟਦਾ ਹੈ। ਤੈਨੂੰ ਅਸੀਂ ਦੋ ਤਰੀਕੇ ਦੇ ਵਿੱਚ ਦੇਖਦੇ ਹੁੰਦੇ ਹਾਂ। ਇੱਕ ਤਾਂ ਹੁੰਦਾ ਜੀ ਜਿਹੜਾ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ। ਮਤਲਬ ਜਿਹੜਾ ਨਾਰਮਲ ਲੈਪਸ ਰੇਟ ਹੈ, ਤੇ ਇੱਕ ਜਿਹੜਾ ਸਾਡਾ ਜਿਹੜਾ ਨੈਗੇਟਿਵ ਜਿਹੜਾ ਲੈਪਸ ਰੇਟ ਹੁੰਦਾ ਕਿਵੇਂ ਹੁੰਦਾ ਉਹ। ਸਾਨੂੰ ਪਤਾ ਵੀ ਜੇ ਅਸੀਂ 165 ਮੀਟਰ ਉੱਪਰ ਚਲੇ ਜਾਈਏ, 65 ਮੀਟਰ ਉੱਪਰ ਚਲੇ ਜਾਈਏ ਤਾਂ ਉੱਥੇ ਟੈਂਪਰੇਚਰ ਕੀ ਹੋਊਗਾ, ਸਾਡਾ 1 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਕੀ ਹੋ ਜਾਂਦਾ, ਘਟ ਜਾਂਦਾ, ਮਾਈਨਸ ਹੋ ਜਾਂਦਾ। ਠੀਕ ਹੈ, 1 ਡਿਗਰੀ ਟੈਂਪਰੇਚਰ ਕੀ ਹੋ ਜਾਂਦਾ ਸਾਡਾ, ਮਾਈਨਸ ਹੋ ਜਾਂਦਾ। ਪਰ ਜੇ ਅਸੀਂ ਨੈਗੇਟਿਵ ਥਰਮਲ ਲੈਪਸ ਰੇਟ ਦੀ ਗੱਲ ਕਰੀਏ ਤਾਂ ਇੱਕ ਲੈਵਲ ਆਉਂਦਾ ਹੈਗਾ, ਇੱਕ ਲੈਵਲ ਤੋਂ ਬਾਅਦ ਜਿੱਥੇ ਵਾਯੂਮੰਡਲ ਦੀ ਸੰਘਣਤਾ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਤਾਂ ਇੱਕ ਲੈਵਲ ਤੋਂ ਬਾਅਦ ਆ ਕੇ ਟੈਂਪਰੇਚਰ ਫਿਰ ਤੋਂ ਵਧਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਤਾਂ ਆਪਾਂ ਦੇਖਾਂਗੇ ਕਿੱਥੇ ਹੁੰਦਾ ਹੈਗਾ। ਠੀਕ ਹੈ, ਜਿਹਨੂੰ ਅਸੀਂ ਨੈਗੇਟਿਵ ਲੈਪਸ ਰੇਟ ਬੋਲ ਦਿੰਦੇ ਹੈਗੇ, ਤਾਂ ਉਹ ਕਿੱਥੇ ਹੋਣਾ ਸ਼ੁਰੂ ਹੁੰਦਾ, ਇੱਥੇ ਪੋਜ਼ਿਟਿਵ ਹੁੰਦਾ ਹੈਗਾ ਤੇ ਉਹ ਇੱਕ ਲੈਵਲ ਤੇ ਆ ਕੇ ਨੈਗੇਟਿਵ ਹੋ ਜਾਂਦਾ। ਮੈਂ ਤੁਹਾਨੂੰ ਇੱਥੇ ਦੱਸ ਹੀ ਦਿੰਦਾ, ਇੱਕ ਮੱਧ ਮੰਡਲ ਸਾਡੀ ਪਰਤ ਹੈ ਜਿਹਨੂੰ ਅਸੀਂ ਮੈਸੋਫੀਅਰ ਦਾ ਨਾਮ ਦੇ ਦਿੰਦੇ ਹਾਂ। ਤਾਂ ਮੈਸੋਫੀਅਰ ਦੇ ਵਿੱਚ ਆ ਕੇ ਦੁਬਾਰਾ ਤੋਂ ਟੈਂਪਰੇਚਰ ਫਿਰ ਤੋਂ ਵਧਣਾ ਸ਼ੁਰੂ ਹੋ ਜਾਂਦਾ ਤੇ ਇੱਕ ਲੈਵਲ ਤੱਕ ਜਿਹੜਾ ਟੈਂਪਰੇਚਰ ਇਹ ਮੈਸੋਫੀਅਰ ਤੋਂ ਬਾਅਦ ਇੱਕ ਲੈਵਲ ਤੋਂ ਬਾਅਦ ਜਾ ਕੇ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਂਦਾ। ਤੁਹਾਨੂੰ ਅਸੀਂ ਜਿਹੜਾ ਹੈਗਾ ਨੈਗੇਟਿਵ ਲੈਪਸ ਰੇਟ ਬੋਲ ਦਿੰਦੇ ਆਪਾਂ। ਠੀਕ ਹੈ, ਤੇ ਇੱਕ ਚੀਜ਼ ਆਪਾਂ ਥਰਮੋਸਫੀਅਰ ਟ੍ਰੋਪੋਸਫੀਅਰ ਦੀ ਆਪਾਂ ਹੋਰ ਗੱਲ ਕਰ ਲੈਂਦੇ ਹਾਂ। ਜਿੱਥੋਂ ਜਿਹੜੇ ਬੱਦਲ ਉੱਪਰ ਜਾਂਦੇ ਨੇ, ਜਦੋਂ ਉਹਨਾਂ ਦਾ ਸੰਘਣਨ ਹੋਣਾ ਸ਼ੁਰੂ ਹੁੰਦਾ ਹੈ, ਬੱਦਲਾਂ ਦਾ ਸੰਘਣਨ ਸ਼ੁਰੂ ਹੁੰਦਾ ਹੈਗਾ। ਠੀਕ ਹੈ, ਬਾਸ਼ਪੀਕਰਨ ਦੇ ਨਾਲ ਬੱਦਲ ਬਣਦੇ ਨੇ ਤੇ ਉਹਨਾਂ ਦਾ ਫਿਰ ਜਿਹੜਾ ਸੀ ਉਹ ਸੰਘਣਨ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜਿੱਥੇ ਇਹਦਾ ਸੰਘਣਨ ਸ਼ੁਰੂ ਹੁੰਦਾ ਹੈਗਾ ਤਾਂ ਉਸ ਦੀ ਜਿਹੜੀ ਸੀਮਾ ਹੈਗੀ, ਠੀਕ ਹੈ, ਮੰਨ ਲਓ ਇੱਕ ਇੱਥੇ ਬੱਦਲ ਚਲੇ ਗਿਆ ਤਾਂ ਇਹਦਾ ਜਿਹੜਾ ਸੰਘਣਨ ਹੋਣਾ ਸ਼ੁਰੂ ਹੋ ਗਿਆ, ਤਾਂ ਉਹਨੂੰ ਅਸੀਂ ਟ੍ਰੋਪੋਪੌਜ਼ ਬੋਲਦੇ ਹਾਂ, ਟ੍ਰੋਪੋਪੌਜ਼। ਠੀਕ ਹੈ, ਅਸ਼ਾਂਤੀ ਸੀਮਾ, ਸੌਰੀ ਅਸ਼ਾਂਤੀ ਸੀਮਾ, ਜਾਂ ਇਹਨੂੰ ਹਿੰਦੀ ਦੇ ਵਿੱਚ ਅਸੀਂ ਸ਼ਰੋਭ ਸੀਮਾ ਬੋਲਦੇ ਨੇ, ਸ਼ਰੋਭ ਸੀਮਾ। ਕਈ ਵਾਰ ਤੁਸੀਂ ਸੀਟੈਟ ਵਗੈਰਾ ਦੀ ਵੀ ਤਿਆਰੀ ਕਰ ਰਹੇ ਹੋ ਤੇ ਉਹਦੇ ਵਿੱਚ ਹਿੰਦੀ ਦੇ ਪੁੱਛਿਆ ਜਾਊਗਾ ਸ਼ਰੋਭ ਸੀਮਾ। ਤਾਂ ਜਿੱਥੇ ਸੰਘਣਨ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਸ ਕਿਹਨੂੰ ਅਸੀਂ ਕੀ ਆਖਦੇ ਨੇ, ਉਹਨੂੰ ਅਸੀਂ ਸ਼ਰੋਭ ਸੀਮਾ ਦਾ ਨਾਮ ਦੇ ਦਿੰਦੇ ਹਾਂ। ਠੀਕ ਹੈ, ਕਲੀਅਰ। ਚਲੋ, ਤਾਂ ਇਹ ਸੀ ਤੁਹਾਡੀ ਜਿਹੜੀ ਸੀ ਟ੍ਰੋਪੋਸਫੀਅਰ, ਇਹਦੇ ਬਾਰੇ ਆਪਾਂ ਗੱਲ ਕੀਤੀ ਹੈਗੀ। ਨੈਕਸਟ ਆਪਾਂ ਗੱਲ ਕਰਦੇ ਹਾਂ ਸਾਡੀ ਸਟ੍ਰੈਟੋਸਫੀਅਰ ਬਾਰੇ। ਹਾਂਜੀ, ਸਟ੍ਰੈਟੋਸਫੀਅਰ ਜਿਹੜੀ ਹੈ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਸਮਤਾਪ ਮੰਡਲ ਵੀ ਆਖ ਦਿੰਦੇ ਹਾਂ, ਸਮਤਾਪ ਮੰਡਲ, ਸਟ੍ਰੈਟੋਸਫੀਅਰ। ਇਹਦੀ ਉਚਾਈ ਐਵਰੇਜ ਪਾਈ ਜਾਂਦੀ ਹੈ 50 ਕਿਲੋਮੀਟਰ ਤੱਕ, 50 ਕਿਲੋਮੀਟਰ ਤੱਕ ਇਹਦੀ ਉਚਾਈ ਸਾਨੂੰ ਦੇਖਣ ਨੂੰ ਮਿਲਦੀ ਹੈ ਸਟ੍ਰੈਟੋਸਫੀਅਰ ਦੀ। ਠੀਕ ਹੈ, ਤੇ ਇੱਕ ਤਾਂ ਦੇਖੋ ਜਿਹੜੀ ਸਟ੍ਰੈਟੋਸਫੀਅਰ ਹੈਗੀ ਸਾਡੀ ਸਮਤਾਪ ਮੰਡਲ ਹੈ, ਇੱਥੇ ਤੁਹਾਨੂੰ ਜਹਾਜ਼ ਉੱਡਦਾ ਹੋਇਆ ਦਿਖਾਈ ਦੇ ਰਿਹਾ ਇੱਥੇ। ਠੀਕ ਹੈ, ਇਹ ਜਹਾਜ਼ ਉੱਡਦਾ ਹੋਇਆ ਕਿਉਂ ਦਿਖਾਈ ਦੇ ਰਿਹਾ, ਕਿਉਂਕਿ ਜੇ ਜਹਾਜ਼ ਟ੍ਰੋਪੋਸਫੀਅਰ ਦੇ ਵਿੱਚ ਪਾਇਲਟ ਨੂੰ ਲੈ ਕੇ ਉਡਾਊਗਾ ਤਾਂ ਉੱਥੇ ਜੇ ਮੰਨ ਲਓ ਮੌਸਮ ਖਰਾਬ ਹੋ ਗਿਆ, ਉਹਦੇ ਉੱਪਰ ਬਿਜਲੀ ਡਿੱਗੀ ਤਾਂ ਕਿਤੇ ਨਾ ਕਿਤੇ ਫਿਰ ਖਤਰਾ ਉਤਪੰਨ ਹੋ ਜਾਂਦਾ ਹੈ। ਹੁਣ ਸਮਤਾਪ ਮੰਡਲ ਦੇ ਵਿੱਚ ਜਹਾਜ਼ ਨੂੰ ਪਾਇਲਟ ਕਿਉਂ ਲੈ ਜਾਂਦੇ ਨੇਗੇ, ਉਹਦਾ ਕਾਰਨ ਕੀ ਹੈ ਵੀ ਉੱਥੇ ਮੌਸਮ ਸੰਬੰਧੀ ਕੋਈ ਵੀ ਕਿਰਿਆ ਜਿਹੜੀ ਉਹ ਨਹੀਂ ਹੁੰਦੀ। ਠੀਕ ਹੈ, ਉੱਥੇ ਸੰਘਣਨ ਨਹੀਂ ਹੁੰਦਾ, ਉੱਥੇ ਬਾਸ਼ਪੀਕਰਨ ਨਹੀਂ ਹੁੰਦਾ, ਉੱਥੇ ਬੱਦਲ ਨਹੀਂ ਹੁੰਦੇ, ਠੀਕ ਹੈ, ਉੱਥੇ ਬਿਜਲੀ ਨਹੀਂ ਚਮਕਦੀ ਹੈਗੀ। ਤਾਂ ਜਿਹੜੇ ਜਹਾਜ਼ ਨੇ ਉਹ ਸੇਫਲੀ ਕਿੱਥੇ ਉੱਡਦੇ ਹੁੰਦੇ ਨੇ, ਉਹ ਉੱਡਦੇ ਨੇ ਸਟ੍ਰੈਟੋਸਫੀਅਰ ਦੇ ਵਿੱਚ। ਠੀਕ ਹੈ, ਸਟ੍ਰੈਟੋਸਫੀਅਰ ਦੀ ਖਾਸੀਅਤ ਕੀ ਹੈ, ਸਟ੍ਰੈਟੋਸਫੀਅਰ ਦੀ ਖਾਸੀਅਤ ਇਹ ਹੈ ਵੀ ਇਹਦੇ ਵਿੱਚ ਨਾ ਇੱਕ ਓਜ਼ੋਨ ਪਰਤ ਪਾਈ ਜਾਂਦੀ ਹੈ, ਓਜ਼ੋਨ ਪਰਤ ਪਾਈ ਜਾਂਦੀ ਹੈ। ਇਸੇ ਕਰਕੇ ਕਈ ਵਾਰੀ ਅਸੀਂ ਇਹਨੂੰ ਓਜ਼ੋਨੋਸਫੀਅਰ ਦਾ ਨਾਮ ਵੀ ਦੇ ਦਿੰਦੇ ਹੁੰਦੇ ਹਾਂ, ਓਜ਼ੋਨੋਸਫੀਅਰ ਦਾ ਨਾਮ ਵੀ ਦੇ ਦਿੰਦੇ ਹਾਂ। ਹੁਣ ਜਿਹੜੀ ਇਹ ਸਾਡੀ ਓਜ਼ੋਨ ਪਰਤ ਹੈ, ਇਹ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ, ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ। ਸਾਡੀ ਧਰਤੀ ਨੂੰ ਇੱਕ ਤਰ੍ਹਾਂ ਦਾ ਬਚਾ ਕੇ ਜਿਹੜਾ ਰੱਖਿਆ ਹੋਇਆ, ਕਿਹਨੇ ਰੱਖਿਆ ਹੋਇਆ ਹੈ, ਓਜ਼ੋਨ ਪਰਤ ਨੇ ਰੱਖਿਆ ਹੋਇਆ ਹੈ। ਓਜ਼ੋਨ ਪਰਤ ਕੀ ਕਰਦੀ ਹੈ, ਸਾਡੀਆਂ ਜਿਹੜੀ ਸੂਰਜ ਦੀ ਅਲਟਰਾਵਾਇਲਟ ਕਿਰਨਾਂ ਨੇ, ਜਿਹਨੂੰ ਅਸੀਂ 3 ਭਾਗਾਂ ਦੇ ਵਿੱਚ ਵੰਡਦੇ ਹੁੰਦੇ ਹਾਂ, ਅਲਟਰਾਵਾਇਲਟ ਏ, ਅਲਟਰਾਵਾਇਲਟ ਵੀ ਤੇ ਅਲਟਰਾਵਾਇਲਟ ਸੀ। ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਕਿਰਨਾਂ ਮੰਨੀਆਂ ਜਾਂਦੀਆਂ ਨੇ ਅਲਟਰਾਵਾਇਲਟ ਸੀ ਮੰਨੀਆਂ ਜਾਂਦੀਆਂ ਨੇ। ਪਰਾਬੈਂਗਨੀ ਸੀ ਕਿਰਨਾਂ ਸਭ ਤੋਂ ਜ਼ਿਆਦਾ ਜਿਹੜੀ ਖਤਰਨਾਕ ਮੰਨੀਆਂ ਜਾਂਦੀਆਂ ਨੇਗੀਆਂ। ਤਾਂ ਉਹਨਾਂ ਨੂੰ ਕੀ ਕਰ ਲੈਂਦੀ ਆ, ਉਹ ਓਬਜ਼ਰਵ ਕਰ ਲੈਂਦੀ ਆ, ਉਹਨਾਂ ਨੂੰ ਸੋਖ ਲੈਂਦੀ ਆ ਆਪਣੇ ਅੰਦਰ। ਠੀਕ ਹੈ, ਤੇ ਧਰਤੀ ਤੱਕ ਇੱਕ ਸਾਨੂੰ ਸੇਫ ਤੇ ਇੱਕ ਸਵੱਛ ਤੇ ਇੱਕ ਵਧੀਆ ਊਰਜਾ ਜਿਹੜੀ ਸਾਡੇ ਤੱਕ ਪਹੁੰਚਾਉਂਦੀ ਹੈ। ਤਾਂ ਓਜ਼ੋਨ ਪਰਤ ਨੂੰ ਸਾਡੀ ਅਸੀਂ ਇੱਕ ਲਾਈਫ ਲਾਈਨ ਕਹਿ ਦਈਏ ਤਾਂ ਕੋਈ ਮਾੜੀ ਗੱਲ ਨਹੀਂ ਹੋਊਗੀ। ਠੀਕ ਹੈ, ਪਰ 1987 ਦੇ ਵਿੱਚ ਇਹਦੇ ਵਿੱਚ ਇੱਕ ਸ਼ੇਖ ਦੇਖਿਆ ਗਿਆ ਹੈਗਾ। ਠੀਕ ਹੈ, ਇਹ ਕਿਹਾ ਗਿਆ ਵੀ ਜਿਹੜੀ ਸਾਡੀ ਓਜ਼ੋਨ ਪਰਤ ਉਹ ਖਰਾਬ ਹੁੰਦੀ ਜਾ ਰਹੀ ਹੈ। ਠੀਕ ਹੈ, ਉਹ ਡਿਸਟਰੋਏ ਹੁੰਦੀ ਜਾ ਰਹੀ ਹੈ। ਤਾਂ ਉਹ ਡਿਸਟਰੋਏ ਕਿਉਂ ਹੁੰਦੀ ਜਾ ਰਹੀ ਹੈ, ਉਹਦਾ ਕਾਰਨ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਡਿਸਟਰੋਏ ਕਰਨ ਦੇ ਵਿੱਚ, ਇਹਨੂੰ ਖਰਾਬ ਕਰਨ ਦੇ ਵਿੱਚ ਸਭ ਤੋਂ ਜਿਹੜਾ ਮੇਨ ਭੂਮਿਕਾ ਜਿਹੜੀ ਨਿਭਾਈ ਜਾ ਰਹੀ ਹੈ, ਵੈਸੇ ਤਾਂ ਬਹੁਤ ਸਾਰੇ ਹੋਰ ਵੀ ਕਾਰਕ ਹੈਗੇ ਸੀਗੇ, ਤਾਂ ਮੇਨ ਕਾਰਕ ਜਿਹੜੇ ਸੀਗੇ ਉਹ CFC ਤੇ HFC ਕਾਰਬਨ ਸੀਗੇ। CFC ਮੀਨਸ ਕਲੋਰੋਫਲੋਰੋਕਾਰਬਨ ਐਂਡ HFC ਮੀਨਸ
ਹਾਈਡਰੋਫਲੋਰੋਕਾਰਬਨ ਠੀਕ ਹੈ। ਤਾਂ ਇਹ ਵੀ ਕਾਰਨ ਸੀਗੇ। ਤੇ ਇੱਕ ਜਿਹੜਾ ਜਹਾਜ਼ਾਂ ਦਾ ਧੂੰਆਂ ਹੈ ਜਿਹਨੂੰ ਅਸੀਂ ਨਾਈਟ੍ਰੇਟ ਆਕਸਾਈਡ ਬੋਲ ਦਿੰਦੇ ਹਾਂ, ਠੀਕ ਹੈ, ਨਾਈਟ੍ਰੇਟ ਆਕਸਾਈਡ। ਕਾਫੀ ਵਾਰੀ ਕੁਐਸਚਨ ਐਗਜ਼ਾਮ ਦੀ ਪੁੱਛਿਆ ਜਾ ਚੁੱਕਿਆ ਵੀ ਜਹਾਜ਼ਾਂ 'ਚੋਂ ਕਿਹੜਾ ਧੂੰਆਂ ਨਿਕਲਦਾ ਹੈ, ਠੀਕ ਹੈ, ਜਾਂ ਓਜ਼ੋਨ ਪਰਤ ਨੂੰ ਨੁਕਸਾਨ ਕਰਨ ਦੇ ਵਿੱਚ ਜਿਹੜੀ ਹੈ ਉਹ ਕਿਹੜੀ ਗੈਸਿਸ ਦੀ ਭੂਮਿਕਾ ਹੈ ਜਾਂ ਕਿਹੜੇ ਤੱਤਾਂ ਦੀ ਭੂਮਿਕਾ, ਤਾਂ CFC HFC ਤੇ ਨਾਈਟ੍ਰੇਟ ਆਕਸਾਈਡ ਦੀ ਭੂਮਿਕਾ ਹੈਗੀ। ਜਦੋਂ 1987 ਦੇ ਵਿੱਚ ਅਸੀਂ ਇਸ ਛੇਕ ਨੂੰ ਦੇਖਿਆ ਤਾਂ ਇਸ ਛੇਕ ਨੂੰ ਭਰਨ ਦੇ ਲਈ ਜਾਂ ਸਾਡੇ ਵਾਤਾਵਰਨ ਨੂੰ ਜਾਂ ਸਾਡੇ ਓਜ਼ੋਨ ਪਰਤ ਨੂੰ ਬਚਾਉਣ ਦੇ ਲਈ ਇੱਕ ਸੰਮੇਲਨ ਬੁਲਾਇਆ ਗਿਆ 1987 ਦੇ ਵਿੱਚ। 1987 ਦੇ ਵਿੱਚ ਜਿਹੜਾ ਸੰਮੇਲਨ ਬੁਲਾਇਆ ਗਿਆ ਉਹ ਬੁਲਾਇਆ ਗਿਆ ਸੀ ਕੈਨੇਡਾ ਦਾ ਇੱਕ ਸ਼ਹਿਰ ਸੀ ਮੌਂਟਰੀਅਲ, ਠੀਕ ਹੈ। ਤਾਂ ਮੌਂਟਰੀਅਲ ਦੇ ਵਿੱਚ ਇੱਕ ਸੰਮੇਲਨ ਬੁਲਾਇਆ ਜਾਂਦਾ ਹੈ ਜਿਹਦੇ ਵਿੱਚ ਡਿਸਕਸ ਕੀਤਾ ਜਾਂਦਾ ਵੀ ਅਸੀਂ ਆਪਣੀ ਓਜ਼ੋਨ ਪਰਤ ਨੂੰ ਕਿਵੇਂ ਸੇਫ ਰੱਖਣਾ ਹੈਗਾ, ਠੀਕ ਹੈ। ਤੇ ਅਸੀਂ ਸੇਫ ਰੱਖਣ ਬਾਰੇ ਗੱਲ ਕਰਦੇ ਹੈਗੇ। ਤੇ ਫਿਰ ਬਹੁਤ ਸਾਰੇ ਪ੍ਰੋਗਰਾਮ ਇਹਦੇ ਬਾਰੇ ਹੁੰਦੇ ਨੇ। ਲੇਟੈਸਟ 2012 ਦੇ ਵਿੱਚ ਹੀ ਪ੍ਰੋਗਰਾਮ ਹੋਇਆ ਸੀ ਇੱਕ, ਠੀਕ ਹੈ। ਤੇ ਬਹੁਤ ਸਾਰੇ ਪ੍ਰੋਗਰਾਮ ਸਾਡੀ, ਤੇ ਇਸ ਤੋਂ ਬਾਅਦ ਫਿਰ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿਹੜੇ CFC ਨੇ ਜਾਂ SFC ਨੇ ਇਹਨਾਂ ਨੂੰ ਉੱਪਰ ਅਸੀਂ ਰੋਕ ਲਾਈਏ। ਤੇ ਬਹੁਤ ਸਾਰੀ ਨਵੀਆਂ ਟੈਕਨੋਲੋਜੀ ਜਿਹੜੀਆਂ ਅਸੀਂ ਲੈ ਕੇ ਆ ਰਹੇ ਹੈਗੇ, ਜਿਵੇਂ ਫਰਿੱਜਾਂ ਦੇ ਵਿੱਚੋਂ CFC ਜਾਂ AC ਜਿਹੜੇ ਨੇ ਸਾਡੇ ਉਹਦੇ ਵਿੱਚੋਂ CFC HFC ਕਾਰਬਨ ਜਿਹੜੇ ਬਹੁਤ ਘੱਟ ਨਿਕਲਣ, ਜਾਂ ਜਹਾਜ਼ਾਂ ਦੇ ਇੰਜਨਾਂ ਨੂੰ ਅਸੀਂ ਇਸ ਤਰੀਕੇ ਨਾਲ ਡਿਵੈਲਪ ਕੀਤਾ ਵੀ ਉਹਦੇ ਵਿੱਚੋਂ ਜਿਹੜੀ ਨਾਈਟ੍ਰੇਟ ਆਕਸਾਈਡ ਹੈ ਉਹ ਘੱਟੋ ਘੱਟ ਮਾਤਰਾ ਦੇ ਵਿੱਚ ਨਿਕਲੇ, ਠੀਕ ਹੈ। ਤਾਂ ਕਾਫੀ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸਾਡੇ ਓਜ਼ੋਨ ਪਰਤ ਨੂੰ ਬਚਾਉਣ ਦੇ ਲਈ ਅਸੀਂ ਉਹ ਕਰ ਰਹੇ ਹੈਗੇ, ਠੀਕ ਹੈ। ਤਾਂ ਇਹ ਕਾਫੀ ਇੰਪੋਰਟੈਂਟ ਹੈ। ਤੁਹਾਨੂੰ ਪੁੱਛ ਸਕਦਾ ਹੈਗਾ ਵੀ ਓਜ਼ੋਨ ਪਰਤ ਜਿਹੜੀ ਪਾਈ ਜਾਂਦੀ ਹੈ ਉਹ ਕਿਹੜੀ ਲੇਅਰ ਦੇ ਵਿੱਚ ਪਾਈ ਜਾਂਦੀ ਹੈ, ਤਾਂ ਉਹ ਪਾਈ ਜਾਂਦੀ ਹੈ ਸਟ੍ਰੈਟੋਸਫੀਅਰ ਦੇ ਵਿੱਚ, ਸੰਤਾਪ ਮੰਡਲ ਦੇ ਵਿੱਚ ਪਾਈ ਜਾਂਦੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਤੀਸਰੀ ਪਰਤ ਜਿਹੜੀ ਸਾਡੀ ਹੈ ਉਹ ਹੈਗੀ ਮੱਧ ਮੰਡਲ, ਜਿਹਨੂੰ ਅਸੀਂ ਮੈਸੋਫੀਅਰ ਦਾ ਨਾਮ ਦਿੰਦੇ ਹਾਂ। ਮੈਸੋਫੀਅਰ ਸਾਨੂੰ 50 ਮੀਲ ਜਾਂ ਫਿਰ 80 ਕਿਲੋਮੀਟਰ ਦੀ ਜਿਹੜੀ ਉਚਾਈ ਹੈ, ਜਾਂ ਫਿਰ ਕਈ ਜਗ੍ਹਾ ਤੇ 100 ਕਿਲੋਮੀਟਰ ਦਾ ਵੀ ਆਉਂਦਾ ਹੈ। 100 ਕਿਲੋਮੀਟਰ ਦੀ ਉਚਾਈ ਤੱਕ ਸਾਨੂੰ ਇਹ ਜਿਹੜੀ ਪਰਤ ਮਿਲਦੀ ਹੈ ਦੇਖਣ ਨੂੰ। ਹੁਣ ਤੁਹਾਨੂੰ ਪਤਾ ਹੈ ਵੀ ਆਪਾਂ ਜਦੋਂ ਗੱਲ ਕੀਤੀ ਸੀ ਜਦੋਂ ਸੂਰਜ ਦੀ ਊਸ਼ਮਾ ਧਰਤੀ ਤੋਂ ਬਾਹਰ ਜਾਂਦੀ ਹੈ ਤਾਂ ਧਰਤੀ ਫਿਰ ਉਦੋਂ ਜਿਹੜੀ ਹੈ ਠੰਡੀ ਹੋਣਾ ਸ਼ੁਰੂ ਹੋ ਜਾਂਦੀ ਹੈ, ਠੀਕ ਹੈ। ਤੇ ਜਿਹੜੀ ਇਹ ਪਰਤ ਹੈਗੀ, ਇਹ ਪਰਤ ਦੇ ਵਿੱਚ ਆ ਕੇ ਟੈਂਪਰੇਚਰ ਬਹੁਤ ਜ਼ਿਆਦਾ ਘਟ ਜਾਂਦਾ ਹੈ, ਮਤਲਬ ਮਾਈਨਸ ਦੇ ਵਿੱਚ ਚਲਾ ਜਾਂਦਾ ਟੈਂਪਰੇਚਰ। ਇਸ ਕਰਕੇ ਇਹ ਪਰਤ ਜਿਹੜੀ ਹੈ ਬਹੁਤ ਜ਼ਿਆਦਾ ਠੰਡੀ ਹੋ ਜਾਂਦੀ ਹੈ। ਕਈ ਵਾਰ ਕੁਐਸਚਨ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ ਵੀ ਸਭ ਤੋਂ ਠੰਡੀ ਪਰਤ ਕਿਹੜੀ ਹੈ, ਤਾਂ ਉਹ ਮੈਸੋਫੀਅਰ ਹੈ। ਇਹ ਮੰਨ ਲਓ ਵੀ -100 ਡਿਗਰੀ ਤੱਕ ਵੀ ਟੈਂਪਰੇਚਰ ਜਿਹੜਾ ਉਹਦੇ ਤੱਕ ਚਲਾ ਜਾਂਦਾ ਹੈ। ਹੁਣ ਇਸ ਪਰਤ ਦੇ ਵਿੱਚ ਨਾ ਤਾਂ ਦੇਖੋ ਵਾਟਰ ਪੇਪਰ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਤੇ ਨਾ ਤੁਹਾਨੂੰ ਇੱਥੇ ਜ਼ਿਆਦਾ ਜਿਹੜੇ ਨੇ ਧੂਲਕਣ ਦੇਖਣ ਨੂੰ ਮਿਲਦੇ ਨੇ, ਠੀਕ ਹੈ ਜੀ। ਤੇ ਇਹਨਾਂ ਦੇ ਉੱਪਰ ਹੀ ਜ਼ਿਆਦਾ ਜਿਹੜਾ ਮਤਲਬ ਕਿਤੇ ਨਾ ਕਿਤੇ ਟੈਂਪਰੇਚਰ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਟੈਂਪਰੇਚਰ ਨੂੰ ਵਧਾਉਣ ਦੇ ਵਿੱਚ ਸਾਡੀ ਕੀ ਕਰਦੇ ਸੀਗੇ, ਹੈਲਪ ਕਰਦੇ ਸੀਗੇ। ਦੂਸਰੀ ਜਿਹੜੀ ਇੰਪੋਰਟੈਂਟ ਗੱਲ ਆਪਾਂ ਇਹਦੇ ਕਰਦੇ ਹਾਂ, ਜਿਹਦੇ ਬਾਰੇ ਕੁਐਸਚਨ ਐਗਜ਼ਾਮ ਦੇ ਵਿੱਚ ਬਣੇ ਹੋਏ ਨੇਗੇ, ਤੁਹਾਨੂੰ ਪੁੱਛਿਆ ਗਿਆ ਕੁਐਸਚਨ ਵੀ ਜਿਹੜੇ ਉਲਕਾ ਨੇ ਸਾਡੇ, ਜਿਵੇਂ ਇੱਥੇ ਦਿਖਾ ਰਿਹਾ ਇਹ, ਠੀਕ ਹੈ, ਵੀ ਸਾਡੇ ਆਵਾ ਇੱਥੇ ਲਾਈਟਿੰਗ ਦਿਖਾ ਰਿਹਾ ਇੱਥੇ, ਠੀਕ ਹੈ। ਤਾਂ ਜਿਹੜੇ ਸਾਡੇ ਉਲਕਾ ਨੇਗੇ, ਜਿਹਨੂੰ ਅਸੀਂ ਮੈਟਰਸ ਬੋਲਦੇ ਹਾਂ, ਉਲਕਾ ਨੇ ਜਾਂ ਉਲਕਾ ਪਿੰਡ ਨੇ, ਤਾਂ ਇਹ ਕਿਹੜੀ ਪਰਤ ਦੇ ਵਿੱਚ ਆ ਕੇ ਨਸ਼ਟ ਹੁੰਦੇ ਨੇ ਜਾਂ ਕਿਹੜੀ ਪਰਤ ਦੇ ਵਿੱਚ ਆ ਕੇ ਖਤਮ ਹੋ ਜਾਂਦੇ ਨੇ। ਤਾਂ ਜਿਹੜੇ ਉਲਕਾ ਨੇ ਸਾਡੇ ਇਹ ਇਸੇ ਮੱਧ ਮੰਡਲ ਦੇ ਵਿੱਚ ਆ ਕੇ ਕੀ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਠੀਕ ਹੈ ਜੀ। ਮੱਧ ਮੰਡਲ ਦੇ ਵਿੱਚ ਆ ਕੇ ਖਤਮ ਹੋ ਜਾਂਦੇ ਨੇ। ਤੀਸਰੀ ਜਿਹੜੀ ਇੰਪੋਰਟੈਂਟ ਗੱਲ ਆਪਾਂ ਇੱਥੇ ਕਰਾਂਗੇ, ਤੀਸਰੀ ਇੰਪੋਰਟੈਂਟ ਗੱਲ ਦੀ ਆਪਾਂ ਇਹ ਗੱਲ ਕਰਾਂਗੇ ਇੱਥੇ ਵੀ ਇਸ ਪਰਤ ਤੋਂ ਬਾਅਦ ਜਾ ਕੇ ਟੈਂਪਰੇਚਰ ਫਿਰ ਤੋਂ ਪਲੱਸ ਹੋਣਾ ਸ਼ੁਰੂ ਹੋ ਜਾਂਦਾ ਹੈ। 100 ਕਿਲੋਮੀਟਰ ਤੱਕ ਟੈਂਪਰੇਚਰ ਮਾਈਨਸ 'ਚ ਜਾ ਰਿਹਾ, ਤੇ ਇਸ ਤੋਂ ਬਾਅਦ ਜਾ ਕੇ ਟੈਂਪਰੇਚਰ ਇਸ ਪਰਤ ਤੋਂ ਬਾਹਰ ਜਾ ਕੇ ਜਿਹੜੀ ਹੈਗੀ ਉਹ ਟੈਂਪਰੇਚਰ ਫਿਰ ਤੋਂ ਵਧਣਾ ਸ਼ੁਰੂ ਹੋ ਜਾਂਦਾ ਹੁੰਦਾ ਹੈ, ਠੀਕ ਹੈ ਜੀ। ਇੱਥੇ ਟੈਂਪਰੇਚਰ ਫਿਰ ਤੋਂ ਵਧਣਾ ਸ਼ੁਰੂ ਹੋ ਜਾਂਦਾ, ਠੀਕ ਹੈ ਜੀ। ਤਾਂ ਇਹ ਸੀ ਤੁਹਾਡੀ ਮੱਧ ਮੰਡਲ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ ਨੈਕਸਟ ਜਿਹੜੀ ਸਾਡੀ ਲੇਅਰ ਹੈਗੀ ਉਹ ਆਇਨ ਮੰਡਲ। ਕਾਫੀ ਇੰਪੋਰਟੈਂਟ ਪਰਤ ਹੈ ਸਾਡੀ ਇਹ ਆਇਨ ਮੰਡਲ, ਆਇਨੋਸਫੀਅਰ ਵੀ ਅਸੀਂ ਇਹਨੂੰ ਬੋਲ ਦਿੰਦੇ ਹਾਂ। ਆਇਨ ਮੰਡਲ ਜਿਹਦੀ ਮੌਜੂਦਗੀ ਸਾਨੂੰ 640 ਕਿਲੋਮੀਟਰ ਤੱਕ ਮਿਲਦੀ ਹੈ। 640 ਕਿਲੋਮੀਟਰ ਸਾਨੂੰ ਮੌਜੂਦਗੀ ਮਿਲਦੀ ਹੈ। ਇਹਦੀ ਵਿਸ਼ੇਸ਼ਤਾ ਕੀ ਹੈ, ਕਿਉਂਕਿ ਦੇਖੋ ਇੱਥੇ ਹੁਣ ਵਾਯੂਮੰਡਲ ਦਾ ਪ੍ਰਭਾਵ ਖਤਮ ਹੋ ਗਿਆ ਤੇ ਇੱਕ ਤਰ੍ਹਾਂ ਨਾਲ ਖਤਮ ਹੋਣਾ ਸ਼ੁਰੂ ਹੋ ਜਾਂਦਾ। ਓਜ਼ੋਨ ਪਰਤ ਇੱਥੇ ਨਹੀਂ ਪਾਈ ਜਾਂਦੀ, ਤੇ ਇਸ ਪਰਤ ਦੇ ਵਿੱਚ ਜਿਹੜੀਆਂ ਸਾਡੀਆਂ ਅਲਟਰਾ ਵਾਇਲਟ ਕਿਰਨਾਂ ਹੁੰਦੀਆਂ ਨੇ ਇਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਇੱਥੇ, ਠੀਕ ਹੈ। ਤੇ ਦੂਸਰੀ ਗੱਲ ਆਪਾਂ ਕੀਤੀ ਸੀਗੀ ਵੀ ਇੱਥੇ ਨੈਗੇਟਿਵ ਲੈਫਟ ਰੇਟ ਹੋਣਾ ਸ਼ੁਰੂ ਹੋ ਜਾਂਦਾ, ਟੈਂਪਰੇਚਰ ਫਿਰ ਤੋਂ ਦੁਬਾਰਾ ਵਧਣਾ ਸ਼ੁਰੂ ਹੋ ਜਾਂਦਾ ਇਸ ਪਰਤ ਦੇ ਵਿੱਚ ਆ ਕੇ, ਠੀਕ ਹੈ। ਤੇ ਦੂਸਰੀ ਜਿਹੜੀ ਮੇਨ ਗੱਲ ਹੈ ਇੱਥੇ, ਇਸ ਪਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਰੇਡੀਓ ਊਰਜਾ ਕਣ ਪਾਏ ਜਾਂਦੇ ਨੇ। ਰੇਡੀਓ ਊਰਜਾ ਕਣ ਪਾਈ ਜਾਂਦੀ, ਜਾਂ ਇਹ ਕਹ ਲਓ ਵੀ ਇੱਕ ਰੇਡੀਓ ਊਰਜਾ ਦੀ ਇੱਕ ਲੇਅਰ ਪਾਈ ਜਾਂਦੀ ਹੈ ਇੱਥੇ, ਜਾਂ ਇੱਥੇ ਕਣ ਪਾਏ ਜਾਂਦੇ ਨੇਗੇ, ਠੀਕ ਹੈ। ਤੇ ਜਿਹਨੂੰ ਇਲੈਕਟ੍ਰੀਕਲ ਪਾਰਟੀਕਲ ਅਸੀਂ ਬੋਲ ਦਿੰਦੇ ਹਾਂ, ਠੀਕ ਹੈ। ਤੇ ਜਦੋਂ ਇਹਨਾਂ ਇਲੈਕਟ੍ਰੀਕਲ ਪਾਰਟੀਕਲਸ ਦੇ ਉੱਪਰ ਜਾਂ ਰੇਡੀਓ ਊਰਜਾ ਦੇ ਉੱਪਰ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਹੈ, ਠੀਕ ਹੈ, ਤਾਂ ਇਹ ਬਹੁਤ ਜ਼ਿਆਦਾ ਚਮਕਦੇ ਨੇਗੇ, ਠੀਕ ਹੈ। ਮੈਂ ਤੁਹਾਨੂੰ ਇੱਕ ਰੇਡੀਓ ਊਰਜਾ ਦੀ ਹੋਰ ਵੀ ਗੱਲ ਦੱਸੂਗਾ, ਠੀਕ ਹੈ। ਪਹਿਲਾਂ ਆਪਾਂ ਇਹਨੂੰ ਕਨਸੈਪਟ ਨੂੰ ਕਲੀਅਰ ਕਰ ਲਈਏ। ਜਦੋਂ ਇਸ ਪਾਰਟੀਕਲਸ ਦੇ ਉੱਪਰ ਰੇਡੀਓ ਊਰਜਾ ਦੇ ਉੱਪਰ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਹੈ ਤਾਂ ਵੱਡੀ ਮਾਤਰਾ 'ਚ ਚਮਕਦੇ ਨੇ, ਤੇ ਇਹ ਚਮਕ ਸਾਨੂੰ ਧਰਤੀ ਦੇ ਉੱਪਰ ਵੀ ਦਿਖਾਈ ਦਿੰਦੀ ਹੈ। ਤੇ ਇਸ ਨੂੰ ਅਸੀਂ
ਕਿੱਥੇ ਦੇਖ ਸਕਦੇ ਹੈਗੇ, ਇਹਨੂੰ ਅਸੀਂ ਸਿਰਫ ਧਰੁਵਾਂ ਦੇ ਉੱਪਰ ਦੇਖ ਸਕਦੇ ਹਾਂ। ਜਿਵੇਂ ਸਾਡੇ ਧਰੁਵ ਨੇ, ਨਾਰਥ ਪੋਲ ਹੈ, ਸਾਡੇ ਸਾਊਥ ਪੋਲ ਹੈ, ਅਸੀਂ ਸਿਰਫ ਇਹਨੂੰ ਇੱਥੇ ਦੇਖ ਸਕਦੇ ਹਾਂ। ਤੇ ਇਹਨੂੰ ਇੱਕ ਪਰਟੀਕੂਲਰ ਨਾਮ ਦੇ ਨਾਲ ਬੁਲਾਇਆ ਜਾਂਦਾ ਹੈ। ਇਸ ਰੋਸ਼ਨੀ ਨੂੰ ਜਦੋਂ ਅਸੀਂ ਉੱਤਰੀ ਧਰੁਵ ਦੇ ਉੱਪਰ ਦੇਖਾਂਗੇ ਤਾਂ ਇਹਨੂੰ ਅਸੀਂ ਇੱਕ ਨਾਮ ਦੇ ਨਾਲ ਬੁਲਾਵਾਂਗੇ, ਜਿਹਨੂੰ ਅਸੀਂ ਨਾਮ ਦਿੰਦੇ ਹਾਂ ਅਰੋਰਾ ਬੋਰੀਆਲਿਸ। ਅਰੋਰਾ ਬੋਰੀਆਲਿਸ, ਠੀਕ ਹੈ। ਤਾਂ ਨਾਰਥ ਪੋਲ ਦੇ ਉੱਪਰ ਅਸੀਂ ਇਹਨੂੰ ਅਰੋਰਾ ਬੋਰੀਆਲਿਸ ਬੋਲ ਦਿੰਦੇ ਹਾਂ, ਤੇ ਜਿਹੜਾ ਸਾਊਥ ਪੋਲ ਹੈ ਸਾਡਾ, ਉਹਨੂੰ ਉੱਥੇ ਨੂੰ ਬੋਲਦੇ ਹਾਂ ਜੀ ਅਰੋਰਾ ਆਸਟ੍ਰੇਲਿਸ। ਅਰੋਰਾ ਆਸਟ੍ਰੇਲਿਸ, ਠੀਕ ਹੈ। ਤਾਂ ਇਹਨੂੰ ਅਸੀਂ ਨਾਰਥ ਪੋਲ ਤੇ ਅਰੋਰਾ ਬੋਰੀਆਲਿਸ ਬੋਲਦੇ ਹਾਂ, ਤੇ ਇਹਨੂੰ ਅਸੀਂ ਸਾਊਥ ਵਿੱਚ ਇਹਨੂੰ ਅਸੀਂ ਸਾਊਥ ਜਿਹੜਾ ਸਾਡਾ ਪੋਲ ਹੈਗਾ ਉਹਨੂੰ ਅਸੀਂ ਉੱਥੇ ਅਰੋਰਾ ਆਸਟ੍ਰੇਲਿਸ ਬੋਲਦੇ ਹਾਂ, ਠੀਕ ਹੈ। ਤੇ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਹੋਰ ਵੀ ਇਹਦੇ ਵਿੱਚ ਕਰਨੀ ਸੀਗੀ, ਵੀ ਜਿਹੜੀ ਸਾਡੀ ਅਯਨ ਮੰਡਲ ਹੈ, ਅਯਨ ਮੰਡਲ ਸਾਡੇ ਵਾਸਤੇ ਬਹੁਤ ਜ਼ਿਆਦਾ ਉਪਯੋਗੀ ਹੈ। ਕਿਉਂ ਉਪਯੋਗੀ ਹੈ? ਕਿਉਂਕਿ ਜਿੰਨੇ ਵੀ ਸਾਡੇ ਇੱਥੇ ਸੰਚਾਰ ਦੇ ਸਾਧਨ ਨੇਗੇ, ਭਾਵੇਂ ਉਹ ਦੇਖੋ ਸੈਟੇਲਾਈਟ ਛੱਡੇ ਜਾਂਦੇ ਨੇ ਨਾ, ਤਾਂ ਮੇਨ ਇਹਦੇ ਵਿੱਚ ਸੈਟੇਲਾਈਟ ਵੀ ਅਸੀਂ ਛੱਡਦੇ ਹੁੰਦੇ ਹਾਂ। ਬਹੁਤ ਸਾਰੇ ਸੈਟੇਲਾਈਟ ਜਿਹੜੇ ਨੇ ਸਾਡੇ ਇਹ ਇੱਥੇ ਛੱਡੇ ਜਾਂਦੇ ਨੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਵੀ ਬਹੁਤ ਸਾਰੇ ਸੈਟੇਲਾਈਟ ਸਾਡੇ 11,000 ਕਿਲੋਮੀਟਰ ਦੀ ਸੀਮਾ ਤੱਕ ਵੀ ਛੱਡੇ ਜਾਂਦੇ ਨੇਗੇ, ਠੀਕ ਹੈ। ਉਹਨਾਂ ਬਾਰੇ ਆਪਾਂ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਜਾਵਾਂਗੇ, ਕਿਉਂਕਿ ਸਾਡੇ ਲੈਵਲ ਤੋਂ ਥੋੜਾ ਬਾਹਰ ਚਲਾ ਜਾਊਗਾ। ਤਾਂ ਸੈਟੇਲਾਈਟ ਜਿਹੜੇ ਛੱਡੇ ਜਾਂਦੇ ਨੇ ਇਸ ਪਰਤ ਦੇ ਅੰਦਰ ਵੀ ਛੱਡੇ ਜਾਂਦੇ ਨੇ, ਠੀਕ ਹੈ। ਤੇ ਜਿਹੜਾ ਸਾਡਾ ਦੂਸਰਾ ਮੇਨ ਆਪਾਂ ਕੰਮ ਦੀ ਗੱਲ ਕਰਨੀ ਸੀ ਇੱਥੇ, ਵੀ ਜਿਹੜੇ ਸਾਡੇ ਸੰਚਾਰ ਦੇ ਸਾਧਨ ਨੇਗੇ, ਜਿਵੇਂ ਅਸੀਂ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹੈਗੇ, ਤਾਂ ਮੋਬਾਈਲ ਫੋਨ ਦਾ ਇਸਤੇਮਾਲ ਜਾਂ ਜਿਹੜਾ ਇਹਦਾ ਪ੍ਰਸਾਰਣ ਸੰਭਵ ਹੋ ਸਕੇ, ਟੀਵੀਜ਼ ਵਗੈਰਾ ਦਾ ਪ੍ਰਸਾਰਣ ਸੰਭਵ ਹੋ ਸਕਿਆ, ਜਾਂ ਇਸ ਤਰ੍ਹਾਂ ਦੀ ਕਨੈਕਟੀਵਿਟੀ ਹੋ ਸਕੀ ਹੈ, ਤਾਂ ਉਹ ਜਿਹੜੇ ਇਸ ਮੰਡਲ ਦੇ ਵਿੱਚ ਜਾਂ ਅਯਨ ਮੰਡਲ ਦੇ ਵਿੱਚ ਜਿਹੜੇ ਸਾਡੇ ਸੈਟੇਲਾਈਟ ਛੱਡੇ ਗਏ ਨੇ ਉਹਨਾਂ ਕਰਕੇ ਹੋ ਸਕਿਆ ਹੈਗਾ। ਤਾਂ ਇੱਥੋਂ ਕੋਈ ਵੀ ਜਿਹੜੀ ਵੇਵਸ ਜਾਂਦੀ ਹੈ ਉੱਪਰ ਜਾਂਦੀ ਹੈ, ਤੇ ਉਹ ਰੇਡੀਓ ਕਣਾਂ ਦੇ ਨਾਲ ਟਕਰਾ ਕੇ ਦੁਬਾਰਾ ਫਿਰ ਤੋਂ ਆ ਜਾਂਦੀ ਹੈ ਇੱਥੇ, ਠੀਕ ਹੈ। ਮੰਨ ਲਓ ਤੁਸੀਂ ਫੋਨ ਕੀਤਾ ਤਾਂ ਇਹ ਟਕਰਾ ਕੇ ਦੁਬਾਰਾ ਫਿਰ ਤੋਂ ਤੁਹਾਡੇ ਫੋਨ ਦੇ ਨਾਲ ਕਨੈਕਟ ਹੋ ਜਾਂਦੀ ਹੈ, ਠੀਕ ਹੈ। ਕਈ ਵਾਰ ਆਪਾਂ ਦੇਖਦੇ ਹਾਂ ਵੀ ਮੌਸਮ ਖਰਾਬ ਹੁੰਦਾ ਹੈ ਤਾਂ ਸਾਡੀ ਜਿਹੜੀ ਕਨੈਕਟੀਵਿਟੀ ਉਹ ਨਹੀਂ ਹੁੰਦੀ ਹੈਗੀ, ਕਿਉਂਕਿ ਸਾਡੀ ਜਿਹੜੀ ਵੇਵਸ ਨੇ ਉਹ ਉੱਥੇ ਤੱਕ ਨਹੀਂ ਪਹੁੰਚ ਸਕਦੀਆਂ ਤੇ ਸਾਡੇ ਤੱਕ ਵਾਪਸ ਉਹ ਨਹੀਂ ਆ ਸਕਦੀਆਂ ਹੈਗੀਆਂ। ਤਾਂ ਸਾਨੂੰ ਕਿਤੇ ਨਾ ਕਿਤੇ ਇਹ ਪ੍ਰਸਾਰਣ ਕਰਨ ਦੇ ਵਿੱਚ ਜਾਂ ਸਾਡਾ ਸੰਚਾਰ ਕਰਨ ਦੇ ਵਿੱਚ ਵੀ ਜਿਹੜੇ ਰੇਡੀਓ ਊਰਜਾ ਨੇਗੀਆਂ ਜਾਂ ਸਾਡੀ ਇਹ ਪਰਤ ਹੈ, ਸਾਡੀ ਇਹ ਬਹੁਤ ਜ਼ਿਆਦਾ ਹੈਲਪ ਕਰਦੀ ਹੈ, ਮਦਦ ਕਰਦੀ ਹੈ, ਠੀਕ ਹੈ। ਇਸ ਤੋਂ ਇਲਾਵਾ ਇੱਕ ਮੈਂ ਹੋਰ ਇਹਦੇ ਵਿੱਚ ਗੱਲ ਦੱਸਦਾ ਤੁਹਾਨੂੰ, ਇਹਦੇ ਵਿੱਚ ਨਾ ਬਹੁਤ ਸਾਰੀਆਂ ਹੋਰ ਵੀ ਸਬ ਲੇਅਰ ਹੁੰਦੀਆਂ ਨੇ ਇਹਦੀਆਂ, ਠੀਕ ਹੈ। ਇਸੇ ਪਰਤ ਦੇ ਵਿੱਚ ਇਹਦੀਆਂ ਬਹੁਤ ਸਾਰੀਆਂ ਹੋਰ ਵੀ ਸਬ ਲੇਅਰ ਹੁੰਦੀਆਂ ਨੇਗੀਆਂ, ਤੇ ਜਿਹਨੂੰ ਅਸੀਂ DEF ਤੇ G ਲੇਅਰ ਦੇ ਨਾਮ ਨਾਲ ਬੁਲਾਉਂਦੇ ਹਾਂ। CTET ਦੇ ਵਿੱਚ ਇੱਕ ਵਾਰ ਕੁਐਸਚਨ ਆਇਆ ਸੀ ਇਹ, ਵੀ ਜਿਹੜੀਆਂ ਇਹ DEF G ਲੇਅਰਸ ਨੇ ਕਿੱਥੇ ਪਾਈਆਂ ਜਾਂਦੀਆਂ ਨੇ, ਤਾਂ ਤੁਹਾਨੂੰ ਇਹ ਅਯਨ ਮੰਡਲ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇਗੀਆਂ, ਠੀਕ ਹੈ। ਤਾਂ ਇਹ ਸੀ ਤੁਹਾਡਾ ਅਯਨ ਮੰਡਲ। ਨੈਕਸਟ ਆਪਾਂ ਗੱਲ ਕਰਦੇ ਹੈਗੇ ਸਾਡੇ ਜਿਹੜਾ ਬਾਹਰੀ ਮੰਡਲ ਹੈਗਾ, ਜਿਹਨੂੰ ਅਸੀਂ ਐਕਸੋਸਫੀਅਰ ਦੇ ਨਾਮ ਨਾਲ ਜਾਣਦੇ ਹੈਗੇ। ਐਕਸੋਸਫੀਅਰ, ਠੀਕ ਹੈ। ਇਹਦੀ ਜਿਹੜੀ ਉਚਾਈ ਹੈ ਇਹਨੂੰ ਅਸੀਂ ਐਗਜ਼ੈਕਟ ਤੌਰ ਤੇ ਪਰਿਭਾਸ਼ਿਤ ਤਾਂ ਨਹੀਂ ਕਰ ਸਕਦੇ, ਪਰ ਅਸੀਂ ਇਹ ਕਹਿ ਸਕਦੇ ਵੀ 10,000 ਕਿਲੋਮੀਟਰ ਤੱਕ ਇਹਦੀ ਉਚਾਈ ਸਾਨੂੰ ਜਿਹੜੀ ਉਹ ਦੇਖਣ ਨੂੰ ਮਿਲਦੀ ਹੁੰਦੀ ਹੈ। 10,000 ਕਿਲੋਮੀਟਰ ਤੱਕ ਸਾਨੂੰ ਉਚਾਈ ਇਹ ਦੇਖਣ ਨੂੰ ਮਿਲਦੀ ਹੈਗੀ। ਤੇ ਇਹਦੇ ਵਿੱਚ ਨਾ ਅਸੀਂ ਜੀਓ ਸੈਟੇਲਾਈਟ ਛੱਡਦੇ ਹੈਗੇ, ਜਿਹੜੇ ਬਹੁਤ ਉਚਾਈ ਤੇ ਜਾ ਕੇ ਕੰਮ ਕਰਦੇ ਹੁੰਦੇ ਨੇ। ਤੇ ਘੱਟੋ ਘੱਟ ਸਾਨੂੰ ਨਾ ਜੀਓ ਸੈਟੇਲਾਈਟ, ਜਿਵੇਂ ਇੱਥੇ ਸੈਟੇਲਾਈਟ ਤੁਹਾਨੂੰ ਦਿਖਾਏ ਗਏ ਨੇਗੇ, ਸੈਟੇਲਾਈਟ ਤਾਂ ਖੈਰ ਅਸੀਂ ਉਹਦੇ ਵੀ ਛੱਡਦੇ ਨੇ, ਨਾਰਮਲ ਸੈਟੇਲਾਈਟ ਛੱਡਦੇ ਹਾਂ ਅਸੀਂ। ਤਾਂ ਇੱਥੇ ਜਿਹੜੇ ਜੀਓ ਸੈਟੇਲਾਈਟ ਨੇ ਸਾਡੇ, ਇਹ ਬਹੁਤ ਉਚਾਈ ਤੱਕ ਛੱਡੇ ਜਾਂਦੇ ਨੇ, 11,000 ਕਿਲੋਮੀਟਰ ਤੱਕ ਵੀ ਛੱਡੇ ਜਾ ਸਕਦੇ ਨੇ। ਤਾਂ ਇਹ 3 ਸਟੈਬਲਿਸ਼ ਕੀਤੇ ਜਾਂਦੇ ਨੇ, ਮਤਲਬ ਜੇ ਤੁਸੀਂ ਇੱਥੋਂ ਕੋਈ ਕੰਮ ਕਰਵਾਉਣਾ ਇਹਨਾਂ ਤੋਂ, ਤਾਂ ਤੁਹਾਨੂੰ ਧਰਤੀ ਦੇ 3 ਛੱਡਣੇ ਪੈਣਗੇ, ਬਿਲਕੁਲ ਸੇਮ ਸੈਟੇਲਾਈਟ ਇੱਥੇ। ਤੈਨੂੰ ਜੀਓ ਸੈਟੇਲਾਈਟ ਅਸੀਂ ਬੋਲਦੇ ਹਾਂ। ਤੁਹਾਨੂੰ ਪੁੱਛ ਸਕਦਾ ਵੀ ਜੀਓ ਸੈਟੇਲਾਈਟ ਜਿਹੜੇ ਨੇ ਇਹ ਕਿੱਥੇ ਛੱਡੇ ਜਾਂਦੇ ਨੇ, ਤਾਂ ਇਹ 11,000 ਕਿਲੋਮੀਟਰ ਦੀ ਉਚਾਈ ਤੱਕ ਛੱਡੇ ਜਾਂਦੇ ਨੇ। 11,000 ਕਿਲੋਮੀਟਰ ਤੋਂ ਉਚਾਈ ਤੋਂ ਬਾਅਦ ਤਾਂ ਫਿਰ ਪੁਲਾੜ ਸ਼ੁਰੂ ਹੋ ਜਾਂਦਾ ਸਾਡਾ, ਠੀਕ ਹੈ। ਐਕਸੋਸਫੀਅਰ ਦੀ ਕੀ ਵਿਸ਼ੇਸ਼ਤਾ ਹੈ? ਐਕਸੋਸਫੀਅਰ ਦੀ ਵਿਸ਼ੇਸ਼ਤਾ ਇਹ ਹੈ ਵੀ ਇੱਕ ਤਾਂ ਇੱਥੇ ਟੈਂਪਰੇਚਰ ਬਹੁਤ ਜ਼ਿਆਦਾ ਪਲੱਸ ਹੋ ਜਾਂਦਾ ਟੈਂਪਰੇਚਰ ਇੱਥੇ, ਠੀਕ ਹੈ। ਤੇ ਥਰਮੋਸਫੀਅਰ ਦੀ ਆਪਾਂ ਥਰਮੋਸਫੀਅਰ ਦੇ ਵਿੱਚ ਗੱਲ ਕਰ ਚੁੱਕੇ ਹਾਂ। ਥਰਮੋਸਫੀਅਰ ਨੂੰ ਅਸੀਂ ਇਸ ਕਰਕੇ ਤਾਪਮੰਡਲ ਦਾ ਨਾਮ ਦੇ ਦਿੰਦੇ ਹਾਂ, ਕਿਉਂਕਿ ਉੱਥੇ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਂਦਾ, ਪਰ ਉਰੇ ਆ ਕੇ ਤਾਂ ਟੈਂਪਰੇਚਰ ਬਹੁਤ ਹੀ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਤੇ ਇਹ ਸਾਡਾ ਸਭ ਤੋਂ ਬਾਹਰੀ ਪਰਤ ਹੈ, ਸਭ ਤੋਂ ਆਖਰੀ ਪਰਤ ਹੈਗੀ। ਇਹਦੀ ਹੋਰ ਵਿਸ਼ੇਸ਼ਤਾ ਇਹਦੇ ਵਿੱਚ ਕੀ ਹੈ, ਇੱਕ ਵੀ ਇੱਥੇ ਜਿਵੇਂ ਸਾਡੀ ਧਰਤੀ ਦੇ ਉੱਪਰ ਤਾਂ ਸਾਨੂੰ ਬਹੁਤ ਸਾਰੀਆਂ ਜਿਹੜੀ ਗੈਸਾਂ ਨੇ ਉਹ ਮਿਕਸ ਦਿਖਾਈ ਦਿੰਦੀਆਂ ਨੇ, ਠੀਕ ਹੈ। ਮੰਨ ਲਓ ਆਪਾਂ ਸਾਹ ਲੈਂਦੇ ਹਾਂ ਤਾਂ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਵੀ ਹੈ, ਉਹ 'ਚ ਨਾਈਟ੍ਰੋਜਨ ਵੀ ਹੈ, ਉਹ 'ਚ ਆਕਸੀਜਨ ਵੀ ਹੈ। ਪਰ ਤੁਹਾਨੂੰ ਇੱਥੇ ਜਿਹੜੀ ਗੈਸਾਂ ਨੇ ਉਹਦੀ ਅਲੱਗ-ਅਲੱਗ ਲੇਅਰ ਦਿਖਾਈ ਦੇਊਗੀ। ਜਿਵੇਂ ਮੰਨ ਲਓ ਇੱਥੇ ਚਲੋ ਮਾਈਨਰ ਜੀ ਆਕਸੀਜਨ ਹੈ ਨਾ, ਮੰਨ ਲਓ ਇੱਥੇ ਇੱਕ ਹਾਈਡਰੋਜਨ ਹੈ, ਇੱਥੇ ਹੀਲੀਅਮ ਹੈ, ਠੀਕ ਹੈ, ਇੱਥੇ ਨਾਈਟ੍ਰੋਜਨ ਹੈ। ਤਾਂ ਤੁਹਾਨੂੰ ਇਹ ਇੱਥੇ ਜਿਵੇਂ ਇੱਥੇ ਮਿਕਸ ਨਹੀਂ ਹੈ ਸਾਰੀਆਂ ਇਹ, ਠੀਕ ਹੈ, ਇੱਥੇ ਮਿਕਸ ਨੇ ਇਸ ਤਰ੍ਹਾਂ, ਪਰ ਇੱਥੇ ਤੁਹਾਨੂੰ ਇਹਨਾਂ ਦੀ ਇੱਕ ਅਲੱਗ-ਅਲੱਗ ਲੇਅਰ ਦਿਖਾਈ ਦਿੰਦੀ ਹੁੰਦੀ ਹੈ ਇਸ ਪਰ, ਠੀਕ ਹੈ। ਤੁਹਾਨੂੰ ਪੁੱਛ ਸਕਦਾ ਵੀ ਜਿਹੜੀ ਗੈਸਾਂ ਦੀ ਜਿਹੜੀ ਇੱਕ ਅਲੱਗ-ਅਲੱਗ ਜਿਹੜੀ ਲੇਅਰ ਦਿਖਾਈ ਦਿੰਦੀ ਹੈਗੀ, ਤਾਂ ਇਹ ਜਿਹੜੀ ਹੈ ਤੁਹਾਨੂੰ ਇਹ ਕਿੱਥੇ ਦਿਖਾਈ ਦਿੰਦੀ, ਕਿਹੜੀ ਪਰਤ ਵਿੱਚ ਦਿਖਾਈ ਦਿੰਦੀ ਹੈ, ਤਾਂ ਉਹ ਸਾਨੂੰ ਦਿਖਾਈ ਦਿੰਦੀ ਹੈਗੀ ਉਹ ਐਕਸੋਸਫੀਅਰ ਦੇ ਵਿੱਚ ਦਿਖਾਈ ਦਿੰਦੀ ਹੈ, ਜਿਹੜੀ ਕਿ ਲਾਸਟ ਪਰਤ ਮੰਨੀ ਜਾਂਦੀ ਹੈ, ਠੀਕ ਹੈ। ਤੇ ਇਹ ਸੀ ਤੁਹਾਡੀਆਂ ਵਾਯੂਮੰਡਲ ਦੀਆਂ ਕੁਝ ਇੰਪੋਰਟੈਂਟ ਪਰਤ
ਤੇ ਅੱਜ ਦੀ ਕਲਾਸ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਊਗੀ ਤੇ ਮੈਂ ਆਸ ਕਰਦਾ ਤੁਸੀਂ ਐਪਰੀਸ਼ੀਏਟ ਕਰੋ, ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਅੱਜ ਦੀ ਕਲਾਸ ਕਿਵੇਂ ਲੱਗੀ ਹੈ ਤੇ ਅੱਜ ਦੀ ਕਲਾਸ ਵਿੱਚ ਕੀ ਕਮੀ ਸੀ ਜਾਂ ਆਪਾਂ ਇਹਨੂੰ ਹੋਰ ਕਿਵੇਂ ਇੰਪਰੂਵ ਕਰ ਸਕਦੇ ਹਾਂ। ਆਉਣ ਵਾਲੇ ਪੇਪਰਾਂ ਦੇ ਲਈ ਤੁਹਾਡੀ ਜਿਹੜੀ ਅੱਜ ਦੀ ਆਪਾਂ ਕਲਾਸ ਕੀਤੀ ਹੈ ਕਾਫੀ ਇੰਪੋਰਟੈਂਟ ਕਲਾਸ ਹੈਗੀ ਤੇ 2-4 ਫੈਕਟ ਆਪਣੇ ਰਹਿ ਗਏ ਹੋਣੇ ਤਾਂ ਮੈਂ ਤੁਹਾਨੂੰ ਕਿਸੇ ਹੋਰ ਕਲਾਸ ਦੇ ਵਿੱਚ ਜਾਂ ਫਿਰ ਜਦੋਂ ਆਪਾਂ ਇਹਦੇ ਬਾਰੇ ਕੁਐਸਚਨ ਕਰਾਂਗੇ ਤਾਂ ਉਹਦੇ ਬਾਰੇ ਆਪਾਂ ਦੱਸ ਦੂੰਗਾ। ਠੀਕ ਹੈ, ਜਿਵੇਂ ਓਜ਼ੋਨ ਪਰਤ ਦੀ ਖੋਜ ਸਭ ਤੋਂ ਪਹਿਲਾਂ ਕਿਹਨੇ ਕੀਤੀ ਸੀ, ਤੇ ਓਜ਼ੋਨ ਪਰਤ ਬਾਰੇ ਸਭ ਤੋਂ ਪਹਿਲਾਂ ਜਿਹੜਾ ਪਤਾ ਲਾਇਆ ਸੀ ਛੇਕ ਬਾਰੇ ਕਿਹਨੇ ਲਾਇਆ ਸੀਗਾ। ਠੀਕ ਹੈ, ਜਾਂ ਗ੍ਰੀਨ ਹਾਊਸ ਦਾ ਜਿਹੜਾ ਪ੍ਰਭਾਵ ਹੈ ਸਭ ਤੋਂ ਪਹਿਲਾਂ ਕਿਹਨੇ ਦੱਸਿਆ ਸੀ, ਤਾਂ ਉਹ ਫੈਕਟ ਨੇ ਸਾਰੇ, ਤਾਂ ਮੈਂ ਉਹਦੇ ਬਾਰੇ ਕਲਾਸ ਸਪੈਸ਼ਲ ਬਣਾ ਦੂੰਗਾ। ਤੇ ਜੇ ਅੱਜ ਦੀ ਕਲਾਸ ਤੁਹਾਨੂੰ ਪਸੰਦ ਆਉਂਦੀ ਤਾਂ ਪਲੀਜ਼ ਇਸ ਕਲਾਸ ਨੂੰ ਤੁਸੀਂ ਜ਼ਰੂਰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਤੇ ਬਹੁਤ ਸਾਰੇ ਲੋਕਾਂ ਤੱਕ ਤੁਸੀਂ ਇਹ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਤਾਂ ਕਿ ਜਿਹੜੇ ਦੂਸਰੇ ਲੋਕ ਨੇ ਉਹ ਵੀ ਇਹਦਾ ਫਾਇਦਾ ਉਠਾ ਸਕਣ। ਤੇ ਕਮੀਆਂ ਜਿਹੜੀਆਂ ਹੈਗੀਆਂ ਨੇ ਤੁਸੀਂ ਉਹ ਜ਼ਰੂਰ ਦੱਸਿਓ। ਅੱਜ ਦੀ ਕਲਾਸ ਕਿਵੇਂ ਲੱਗੀ ਹੈ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਹੈਗਾ। ਪਲੀਜ਼ ਇਸ ਨੂੰ ਸ਼ੇਅਰ ਕਰਿਓ, ਲਾਈਕ ਕਰਿਓ। ਮਿਲਦੇ ਆਪਾਂ ਇਸੇ ਤਰ੍ਹਾਂ ਦੀ ਇੱਕ ਧਮਾਕੇਦਾਰ ਕਲਾਸ ਦੇ ਨਾਲ ਅਗਲੀ ਕਲਾਸ ਦੇ ਵਿੱਚ। ਤਦ ਤੱਕ ਲਈ ਬਾਏ, ਥੈਂਕ ਯੂ।